ਹੈਲੋ ਦੋਸਤੋ, ਵੈਲਕਮ ਆ ਤੁਹਾਡਾ ਸਾਡੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਜਿਵੇਂ ਕਿ ਆਪਾਂ ਕੱਲ ਟੌਪਿਕ ਕਰਿਆ ਸੀਗਾ, ਆਪਾਂ ਪਾਰਲੀਮੈਂਟ ਦੇ ਬਾਰੇ ਟੌਪਿਕ ਕਰਿਆ ਸੀਗਾ, ਤਾਂ ਉਹਦੇ ਵਿੱਚੋਂ ਆਪਾਂ ਜਿੱਥੇ ਤੱਕ ਆਪਾਂ ਕਵਰ ਕਰ ਲਿਆ ਸੀਗਾ ਉਹ ਤੁਸੀਂ ਕੱਲ੍ਹ ਵਾਲੀ ਵੀਡੀਓ ਦੇਖੀ ਹੋਣੀ ਹੈ। ਤਾਂ ਜਿਹਨੇ ਨਹੀਂ ਦੇਖੀ ਤਾਂ ਪਲੀਜ਼ ਰਿਕੁਐਸਟ ਆ ਵੀ ਉਹ ਪਾਰਲੀਮੈਂਟ ਦੇ ਜਿਹੜਾ ਉਹਦਾ ਥੰਬਨੇਲ ਆ ਉਹਦੇ ਦੇਖ ਲਿਓ, ਤੇ 1 ਲਿਖਿਆ ਹੋਊਗਾ, ਤਾਂ ਉਹ ਵੀਡੀਓ ਨੂੰ ਪਹਿਲਾਂ ਤੁਸੀਂ ਜ਼ਰੂਰ ਦੇਖ ਲਿਓ। ਤਾਂ ਉਹਦੇ 'ਚ ਆਪਾਂ ਜਿੰਨਾ ਇਹਨੂੰ ਕਵਰ ਕਰ ਲਿਆ ਸੀ, ਠੀਕ ਹੈ, ਤੇ ਉਹ ਤੋਂ ਬਿਨਾਂ ਜਿੰਨਾ ਆਪਣਾ ਅੱਗੇ ਰਹਿੰਦਾ ਹੈਗਾ ਉਹਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਵਰ ਕਰ ਲਾਂਗੇ। ਔਰ ਇਹ ਤੋਂ ਬਿਨਾਂ ਇੱਕ ਵੀਡੀਓ ਇਹਦੇ 'ਤੇ ਆਪਾਂ ਹੋਰ ਬਣਾਵਾਂਗੇ, ਕਿਉਂਕਿ ਇਹਦੀਆਂ ਪ੍ਰੋਸੀਡਿੰਗ ਨੇ ਜਿਹੜੀਆਂ ਵੀ ਜੇ ਉੱਤੇ ਜਿਹੜਾ ਵੀ ਕੁਛ ਹੁੰਦਾ ਤੇ ਉਹ ਆਪਣਾ ਬਚ ਜੂਗਾ। ਤਾਂ ਆਪਾਂ ਜੇ ਐਵੇਂ ਡਿਟੇਲ ਨਾਲ ਕਰਨਾ ਤਾਂ ਆਪਾਂ ਨੂੰ ਇੰਨਾ ਕੁ ਟਾਈਮ ਹੋਰ ਲੱਗੂਗਾ। ਅਗਰ ਉਹੀ ਉੱਤੋਂ ਦੀ ਨਗਾਉਣਾ ਹੀ ਆ ਤਾਂ ਫਿਰ ਇਹ ਆਪਣਾ ਅੱਜ 'ਚ ਆਪਾਂ ਫਾਈਨਲ ਵੀ ਕਰ ਦਾਂਗੇ, ਠੀਕ ਆ। ਤਾਂ ਹੁਣ ਦੇਖੋ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਤਾਂ ਆਪਾਂ ਪਹਿਲਾਂ ਸਪੀਕਰ ਦੀ ਲੋਕ ਸਭਾ ਦੀ ਗੱਲ ਕਰ ਲਈ ਸੀ ਵੀ ਉਹਨਾਂ ਨੂੰ ਹਟਾਇਆ ਜਾ ਸਕਦਾ, ਤੇ 14 ਦਿਨ ਪਹਿਲਾਂ ਤਾਂ ਉਹਨਾਂ ਨੂੰ ਨੋਟੀਫਿਕੇਸ਼ਨ ਦੇਣਾ ਪੈਂਦਾ। ਇੱਥੇ ਤੱਕ ਦਾ ਕਲੀਅਰ ਆ। ਬਾਕੀ ਆਪਾਂ ਇੱਕ ਗੱਲ ਕਰੀ ਸੀ ਜੁਆਇੰਟ ਸਿਟਿੰਗ ਦੀ। ਤਾਂ ਹੁਣ ਜਿਹੜੀ ਆਪਾਂ ਗੱਲ ਕਰੀ ਸੀਗੀ ਜੁਆਇੰਟ ਸਿਟਿੰਗ ਦੀ, ਠੀਕ ਆ। ਤਾਂ ਇਹ ਤੋਂ ਪਹਿਲਾਂ ਆਪਾਂ ਕਾਹਦੀ ਗੱਲ ਕਰੀ ਸੀ, ਇੱਕ ਮਿੰਟ ਇੱਥੇ ਦੇਖੋ। ਇਹ ਤੋਂ ਪਹਿਲਾਂ ਆਪਾਂ ਕਾਹਦੀ ਗੱਲ ਕਰੀ ਸੀ, ਜੁਆਇੰਟ ਸਿਟਿੰਗ ਦੀ। ਤਾਂ ਜੁਆਇੰਟ ਸਿਟਿੰਗ ਆ ਜਿਹੜੀ ਇਹ ਕਦੋਂ ਹੁੰਦੀ ਆ, ਜਦੋਂ ਆਪਾਂ ਨੂੰ ਮਤਲਬ ਕਿ ਕਿਸੇ ਉਹਦੇ 'ਤੇ ਆਪਾਂ ਨੂੰ ਕੋਈ ਬਹਿਸਬਾਜ਼ੀ ਤਕੜੀ ਹੋ ਜੇ, ਹੈ ਨਾ, ਵੀ ਉਹਨਾਂ 'ਤੇ ਦੋਨਾਂ ਦੇ ਵਿੱਚ ਜਿਹੜਾ ਫੈਸਲਾ ਦੋਨਾਂ ਤੋਂ ਮਤਭੇਦ ਲੈਣਾ ਜ਼ਰੂਰੀ ਹੁੰਦਾ, ਤਾਂ ਫਿਰ ਉਦੋਂ ਉਹਨਾਂ ਦੇ ਵਿੱਚ ਜੁਆਇੰਟ ਜਿਹੜੀ ਸਿਟਿੰਗ ਸੈਸ਼ਨ ਕਰਾਇਆ ਜਾਂਦਾ। ਤਾਂ ਇਹਨੂੰ ਜਿਹੜਾ ਓਵਰ ਕਰਦੇ ਨੇ ਉਹ ਵੀ ਆਪਣੇ ਸਪੀਕਰ ਕਰਦੇ ਨੇ। ਤੇ ਹਜੇ ਤੱਕ ਨਾ ਇਹ 3 ਵਾਰੀ ਹੋਈਆਂ ਨੇ ਜਿਹੜੀ ਆਪਣੀਆਂ ਜੁਆਇੰਟ ਸੈਟਿੰਗ ਆ। ਇਹ ਆਪਣੇ ਕਿੰਨੇ ਵਾਰੀ ਹੋਈ ਆ ਜੁਆਇੰਟ ਸਿਟਿੰਗ? 3 ਵਾਰ ਹੋਈ ਆ। ਤੇ ਇੱਕ ਵਾਰੀ ਤਾਂ ਇਹ ਹੋਈ ਸੀਗੀ ਡੌਰੀ ਵਾਲੇ 'ਚ। ਇੱਕ ਵਾਰੀ ਤਾਂ ਹੋਈ ਇਹ ਡੌਰੀ ਪ੍ਰੋਵੀਜ਼ਨ ਬਿੱਲ ਸੀਗਾ, ਜਿਹੜਾ ਮਤਲਬ ਇਹਨੂੰ ਰੋਕਣ ਦੇ ਲਈ ਡੌਰੀ ਵਾਲਾ, ਇਹ ਆਈ ਸੀ ਆਪਣੀ 1960 ਦੇ ਵਿੱਚ। ਤਾਂ ਫਿਰ ਇਹ ਤੋਂ ਬਾਅਦ ਇੱਕ ਅਗਲੀ ਹੋਈ ਸੀ ਆਪਣੀ ਇਹ ਬੈਂਕਿੰਗ ਸਰਵਿਸ ਦੇ ਵਿੱਚ। ਫਿਰ ਜਿਹੜੀ ਇਸ ਤੋਂ ਅਗਲੀ ਹੋਈ ਸੀ ਉਹ ਆਪਣੀ ਹੋਈ ਸੀਗੀ ਬੈਂਕਿੰਗ ਸਰਵਿਸ, ਤੇ ਇਹਨਾਂ ਦੇ ਲਈ ਸੀਗੀ ਬੈਂਕਿੰਗ ਸਰਵਿਸ ਕਮਿਸ਼ਨ ਦੇ ਲਈ ਹੋਈ ਸੀ, ਇਹਨੂੰ ਰਿਪੀਲ ਕਰਨ ਦੇ ਲਈ। ਇਹ ਆਪਣੀ ਹੋਈ ਸੀ 1977 ਦੇ ਵਿੱਚ। ਔਰ ਇਸ ਤੋਂ ਬਾਅਦ ਆਪਣੀ ਤੀਸਰੀ ਹੋਈ ਸੀ ਪ੍ਰੀਵੈਂਸ਼ਨ ਆਫ ਟੈਰਰਿਜ਼ਮ, ਪ੍ਰੀਵੈਂਸ਼ਨ ਆਫ ਟੈਰਰਿਜ਼ਮ। ਇਹ ਆਪਣੀ ਹੋਈ ਸੀ 2002 ਦੇ ਵਿੱਚ। ਹਜੇ ਤੱਕ ਇਹ ਜੁਆਇੰਟ ਸਿਟਿੰਗ ਇੰਨੀਆਂ ਹੀ ਹੋਈਆਂ ਨੇ। ਤਾਂ ਬਾਕੀ ਤੁਸੀਂ ਹੁਣ ਇਹਦੇ ਬਾਰੇ ਵੀ ਆਈਡੀਆ ਲਾ ਲਿਓ। ਬਾਕੀ ਜਿਹੜੇ ਤੇ ਆਰਟੀਕਲ ਨੇ ਉਹ ਆਪਾਂ ਸਾਰੇ ਬਾਅਦ ਦੇ ਵਿੱਚ ਇੱਕ ਵਾਰੀ 'ਚ ਇਕੱਠੇ ਕਰ ਲਾਂਗੇ, ਠੀਕ ਆ। ਬਾਕੀ ਜਿਹੜਾ ਡਿਸਾਈਡ ਕਰਦੇ ਆ ਮਨੀ ਬਿੱਲ ਹੈਗਾ ਜਾਂ ਨਹੀਂ ਉਹ ਵੀ ਆਪਣੇ ਸਪੀਕਰ ਕਰਦੇ ਆ, ਤੇ ਜਿਹੜੇ ਕੁਐਸਚਨ ਪੁੱਛੇ ਜਾਣਗੇ ਡਿਸਕੁਆਲੀਫਾਈ ਮੈਂਬਰਾਂ ਤੋਂ ਉਹ ਵੀ ਆਪਣੇ ਸਪੀਕਰ ਦੇਖਦੇ ਨੇ। ਇੱਥੋਂ ਤੱਕ ਕਲੀਅਰ ਆ। ਬਾਕੀ ਇੱਕ ਆਪਾਂ ਗੱਲ ਕਰੀ ਸੀ ਕੱਲ੍ਹ ਡਿਪਟੀ ਸਪੀਕਰ ਦੇ ਬਾਰੇ। ਡਿਪਟੀ ਸਪੀਕਰ ਦੇ ਬਾਰੇ। ਤੇ ਜਿਹੜੀ ਹੁਣ ਆਪਣੀ ਚੱਲਦੀ ਹੈ ਉਹ 17ਵੀਂ ਲੋਕ ਸਭਾ ਗਈ, ਠੀਕ ਆ। 17ਵੀਂ ਲੋਕ ਸਭਾ, ਇਹਦੇ 'ਚ ਤਾਂ ਡਿਪਟੀ ਸਪੀਕਰ ਦਾ ਕੰਸੈਪਟ ਹੈ ਨਹੀਂਗਾ। ਤੇ ਇਸ ਤੋਂ ਪਹਿਲਾਂ ਜਿਹੜੇ ਹੈਗੇ ਸੀਗੇ ਉਹ ਆਪਣੇ ਡਾਕਟਰ ਐਮ ਥੰਬੀ ਦੁਰਾਈ। ਤਾਂ ਇਹ ਸੀਗੇ, ਇਹ 2019 ਤੱਕ ਸੀਗੇ। ਇਹ 2 ਵਾਰ ਬਣਿਆ, ਪਹਿਲਾਂ 85 ਤੋਂ ਲੈ ਕੇ 99 ਤੱਕ 20 ਬਣੇ ਨੇ ਇਹ, ਠੀਕ ਆ। ਤਾਂ ਜਿਹੜਾ ਬਾਕੀ ਇਹਦੇ ਬਾਰੇ ਇੱਕ ਹੋਰ ਪੁਆਇੰਟ ਧਿਆਨ 'ਚ ਰੱਖਿਓ ਤੁਸੀਂ, ਜਿਹੜਾ ਆਪਣਾ ਡਿਪਟੀ ਸਪੀਕਰ ਆ ਨਾ, ਜਿਹੜਾ ਆਪਣਾ ਡਿਪਟੀ ਸਪੀਕਰ ਹੁੰਦਾ, ਤੇ ਇਹਨਾਂ ਨੂੰ ਵੀ ਤਨਖਾਹ ਜਿਹੜੀ ਕੰਸੋਲੀਡੇਟਡ ਫੰਡ 'ਚੋਂ ਹੀ ਜਾਂਦੀ ਆ। ਤੇ ਬਾਕੀ ਇਹ ਸਪੀਕਰ ਦਾ ਸਬੋਰਡੀਨੇਟ ਨਹੀਂ ਹੁੰਦਾ। ਇਹ ਆਪਣੇ ਸਪੀਕਰ ਦਾ ਜਿਹੜਾ ਆਪਣੇ ਇਹ ਸਬੋਰਡੀਨੇਟ ਨਹੀਂ ਹੁੰਦਾ, ਠੀਕ ਆ। ਸਪੀਕਰ ਦਾ ਸਬੋਰਡੀਨੇਟ ਨਹੀਂ ਹੁੰਦਾ। ਤਾਂ ਇਹ ਜਿਹੜਾ ਡਾਇਰੈਕਟ ਜਵਾਬਦੇਹੀ ਹੁੰਦੀ ਹੈ ਇਹਦੀ ਨਾ, ਇਹ ਜਿਹੜਾ ਡਾਇਰੈਕਟ ਇਹਨੇ ਜਵਾਬ ਦੇਣਾ ਹੁੰਦਾ ਉਹ ਹਾਊਸ ਨੂੰ ਜਵਾਬ ਦੇਣਾ ਹੁੰਦਾ, ਨਾ ਕਿ ਜਵਾਬ ਦੇਣਾ ਇਹਨਾਂ ਨੇ ਸਪੀਕਰ ਨੂੰ। ਇੱਥੋਂ ਤੱਕ ਕਲੀਅਰ ਆ। ਜਿਹੜਾ ਆਪਾਂ ਡਿਪਟੀ ਸਪੀਕਰ ਦੀ ਗੱਲ ਕਰੀਏ ਵੀ 17ਵੀਂ ਲੋਕ ਸਭਾ ਦੇ ਵਿੱਚ ਤਾਂ ਡਿਪਟੀ ਸਪੀਕਰ ਨਾਮ ਦਾ ਕੰਸੈਪਟ ਹੀ ਹੈ ਨਹੀਂ। ਔਰ ਡਾਕਟਰ ਐਮ ਥੰਬੀ ਦੁਰਾਈ ਸੀਗੇ ਜਿਹੜੇ ਇਹ ਆਪਣੇ ਇਹਦੇ 'ਚ 16ਵੀਂ ਲੋਕ ਸਭਾ ਦੇ ਵਿੱਚ ਸੀਗੇ, ਤੇ ਹੁਣ ਇਹ ਹੈ ਨਹੀਂਗੇ। ਮਤਲਬ ਇਹਦੇ 'ਚ ਤਾਂ ਹੁਣ ਕੋਈ ਹੈ ਉਹ ਨਹੀਂ ਡਿਪਟੀ ਸਪੀਕਰ। ਤਾਂ ਡਿਪਟੀ ਸਪੀਕਰ ਦਾ ਇਹ ਸਪੀਕਰ ਦਾ ਸਬੋਰਡੀਨੇਟ ਨਹੀਂ ਹੁੰਦੇ, ਤਾਂ ਇਹ ਡਾਇਰੈਕਟ ਹਾਊਸ ਨੂੰ ਆ ਜਿਹੜਾ ਉਹ ਜਵਾਬ ਦਿੰਦੇ ਆ। ਕਲੀਅਰ ਆ। ਬਾਕੀ 10ਵੀਂ ਲੋਕ ਸਭਾ ਤੱਕ ਸਪੀਕਰ ਡਿਪਟੀ ਸਪੀਕਰ ਦੋਵੇਂ ਰੂਲਿੰਗ ਪਾਰਟੀ ਦੇ ਹੁੰਦੇ ਸੀ। 10ਵੀਂ ਤੱਕ ਜਿਹੜੀ 10ਵੀਂ ਲੋਕ ਸਭਾ ਸੀ ਨਾ ਉਹਦੇ ਤੱਕ ਦੋਵੇਂ, ਚਾਹੇ ਤਾਂ ਸਪੀਕਰ ਹੋਵੇ ਚਾਹੇ ਫਿਰ ਡਿਪਟੀ ਸਪੀਕਰ ਹੋਵੇ, ਠੀਕ ਆ। ਤਾਂ ਇਹ ਦੋਵੇਂ ਕਿਹੜੀ ਪਾਰਟੀ ਦੇ ਹੁੰਦੇ ਸੀ? ਰੂਲਿੰਗ ਪਾਰਟੀ। ਰੂਲਿੰਗ ਪਾਰਟੀ ਉਹ ਹੁੰਦੀ ਹੈ ਵੀ ਜਿਹੜੀ ਸੱਤਾ ਦੇ ਵਿੱਚ ਹੁੰਦੀ ਹੈ, ਜਿਵੇਂ ਹੁਣ ਬੀਜੇਪੀ ਗਵਰਨਮੈਂਟ ਆ, ਤਾਂ ਰੂਲਿੰਗ ਪਾਰਟੀ ਦੇ ਹੁੰਦੇ ਸੀ। ਪਰ ਜਦੋਂ ਫਿਰ 11ਵੀਂ ਆਈ, ਠੀਕ ਆ, 11ਵੀਂ ਲੋਕ ਸਭਾ ਤੋਂ ਬਾਅਦ ਡਿਪਟੀ ਸਪੀਕਰ ਆ ਜਿਹੜਾ ਇਹ ਐਂਟੀ ਪਾਰਟੀ ਦਾ ਹੁੰਦਾ। ਹੁਣ ਆਪਣੇ ਇਹ ਡਿਪਟੀ ਸਪੀਕਰ ਕਾਹਦਾ ਗਾ? ਐਂਟੀ ਪਾਰਟੀ ਦਾ। ਇੱਥੋਂ ਤੱਕ ਡਿਪਟੀ ਸਪੀਕਰ ਬਾਰੇ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ। ਉਮੀਦ ਕਰਦੇ ਹਾਂ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਓਕੇ। ਤਾਂ ਹੁਣ ਦੇਖੋ ਅੱਜ ਆਪਾਂ ਹੋਰ ਪੁਆਇੰਟ ਇਹਨਾਂ ਦੇ ਬਾਰੇ ਜਿਹੜੀ ਗੱਲ ਕਰਨੀ ਆ,
ਇੱਕ ਮਿੰਟ, ਸੌਰੀ ਗਾਇਜ਼। ਤਾਂ ਇਹਦੇ ਬਾਰੇ ਜਿਹੜੇ ਆਪਾਂ ਜਿਵੇਂ ਸਪੀਕਰ ਪ੍ਰੋਟਮ ਸੀ ਉਹਦੇ ਬਾਰੇ ਆਪਾਂ ਗੱਲ ਕਰ ਲਈ। ਸ਼ੈਡੋ ਕੈਬਨਿਟ ਹੁੰਦੀ ਆ ਆਪਣੇ, ਲੀਡਰ ਆਫ ਦਾ ਓਪੋਜੀਸ਼ਨ ਦਾ ਕੀ ਆ, ਲੀਡਰ ਆਫ ਦਾ ਹਾਊਸ, ਆਪਾਂ ਇਹਨਾਂ ਦੇ ਬਾਰੇ ਤਾਂ ਗੱਲ ਕਰ ਹੀ ਲਈ ਸੀ। ਤਾਂ ਹੁਣ ਆਪਾਂ ਗੱਲ ਕਰਨੀ ਆ, ਇੱਕ ਹੁੰਦੀ ਆ ਵਿਪ। ਤਾਂ ਇੱਕ ਸ਼ਬਦ ਤੁਸੀਂ ਧਿਆਨ ਦੇ ਵਿੱਚ ਰੱਖਣਾ, ਇੱਕ ਸ਼ਬਦ ਹੁੰਦਾ ਆਪਣੇ ਕੋਲ ਵਿਪ, ਠੀਕ ਆ। ਇਹ ਸ਼ਬਦ ਕੀ ਆ, ਵਿਪ। ਤਾਂ ਹੁਣ ਤੁਸੀਂ ਇਹ ਦੇਖਣਾ ਵੀ ਜਿਹੜੇ ਤਾਂ ਆਪਣੇ ਲੀਡਰ ਨੇ ਉਹ ਆਪਣੇ ਲੀਡਰ ਸਾਰੇ ਸੰਵਿਧਾਨ ਦੇ ਵਿੱਚ ਨਹੀਂ ਹੈਗੇ, ਪਰ ਜਿਹੜੀ ਹਾਊਸ ਦੀ ਆਪਣੇ ਰੂਲਸ ਦੀ ਹੁੰਦੀ ਹੈ ਨਾ, ਰੂਲਸ ਵਾਲੀ ਬੁੱਕ ਹੁੰਦੀ ਹੈ, ਉਹਦੇ ਵਿੱਚ ਤਾਂ ਲੀਡਰ ਹੈਗੇ ਨੇ। ਜੇ ਆਪਾਂ ਲੀਡਰਾਂ ਦੀ ਗੱਲ ਕਰੀਏ, ਜਿਹੜੇ ਲੀਡਰ ਨੇ ਇਹ ਕੌਨਸਟੀਟਿਊਸ਼ਨ 'ਚ ਨੇ ਨਹੀਂ, ਪਰ ਇਹ ਉਹਨਾਂ ਦੇ ਉਹਦੇ 'ਚ ਨੇ, ਰੂਲਸ ਦੇ ਵਿੱਚ ਤਾਂ ਹੈਗੇ ਨੇ ਨਾ। ਤਾਂ ਇਸ ਤੋਂ ਬਾਅਦ ਜਿਹੜੀ ਆਪਾਂ ਹੁਣ ਵਿਪ ਦੀ ਗੱਲ ਕਰਦੇ ਹਾਂ, ਦਾ ਆਫਿਸ ਆਫ ਦਾ ਵਿਪ, ਇਹ ਕੀ ਹੁੰਦਾ, ਦਫ਼ਤਰ। ਵਿਪ ਦਾ ਦਫ਼ਤਰ ਹੁੰਦਾ ਇਹ। ਨਾ ਤਾਂ ਇਹ ਆਪਣੇ ਸੰਵਿਧਾਨ ਦੇ ਵਿੱਚ ਆ, ਕੀ ਆਪਣੇ ਇਹ ਕੌਨਸਟੀਟਿਊਸ਼ਨ ਦੇ ਵਿੱਚ ਹੈਗਾ, ਇਹਦੇ 'ਚ ਵੀ ਹੈ ਨਹੀਂ। ਤਾਂ ਕੀ ਇਹ ਇਹਨਾਂ ਦੀ ਰੂਲਸ ਆਫ ਹਾਊਸ 'ਚ ਹੈਗਾ, ਰੂਲਸ ਆਫ ਹਾਊਸ ਦੇ ਵਿੱਚ ਹੈ, ਇਹਦੇ ਵਿੱਚ ਵੀ ਹੈ ਨਹੀਂ। ਤਾਂ ਫਿਰ ਇਹ ਕੀ ਆ, ਤਾਂ ਇਹ ਬੇਸਡ ਔਨ ਕਨਵੈਨਸ਼ਨ, ਬੇਸਡ ਔਨ ਕਨਵੈਨਸ਼ਨਸ ਆਫ ਪਾਰਲੀਮੈਂਟ। ਇਹਨਾਂ ਦੀ ਕਨਵੈਨਸ਼ਨ ਦੇ ਬੇਸ ਤੇ ਬਣਿਆ ਹੋਇਆ ਇਹ ਵਿਪ। ਇੱਥੋਂ ਤੱਕ ਕਲੀਅਰ ਆ। ਤਾਂ ਹੁਣ ਵਿਪ ਬਾਰੇ ਜੇ ਤੁਹਾਨੂੰ ਪੁਆਇੰਟ ਆ ਵੀ ਜਾਂਦਾ, ਸਟੇਟਮੈਂਟ ਬਣ ਜੀ, ਤਾਂ ਕੀ ਇਹ ਕੌਨਸਟੀਟਿਊਸ਼ਨ 'ਚ ਨਹੀਂ, ਕੀ ਇਹ ਰੂਲਸ ਆਫ ਹਾਊਸ 'ਚ ਨਹੀਂ, ਕੀ ਇਹ ਬੇਸਡ ਔਨ ਕਨਵੈਨਸ਼ਨ, ਤਾਂ ਇਹ ਕਹਾਂਗੇ ਆਪਾਂ ਯੈਸ। ਓਕੇ। ਤਾਂ ਹੁਣ ਦੇਖੋ, ਕੋਈ ਵੀ ਪਾਰਟੀ ਆ, ਚਾਹੇ ਤਾਂ ਉਹ ਹਾਰੀ ਵੀ ਪਾਰਟੀ ਆ, ਚਾਹੇ ਉਹ ਜਿੱਤੀ ਵੀ ਪਾਰਟੀ ਆ, ਮਤਲਬ ਕੋਈ ਵੀ ਪਾਰਟੀ ਹੁੰਦੀ ਆ, ਤਾਂ ਦੇਖੋ ਜਾਂ ਤਾਂ ਉਹ ਹੋਊਗੀ ਰੂਲਿੰਗ ਅਤੇ ਜਾਂ ਫਿਰ ਹੋਊਗੀ ਉਹ ਐਂਟੀ ਪਾਰਟੀ। ਚਾਹੇ ਤਾਂ ਰੂਲਿੰਗ ਆ, ਇਹਨਾਂ ਦੋਨਾਂ ਦੇ ਨਾ ਅਲੱਗ-ਅਲੱਗ ਹੁੰਦੇ ਆ, ਅਲੱਗ-ਅਲੱਗ ਇਹਨਾਂ ਦੇ ਕੀ ਹੁੰਦੇ ਆ, ਵਿਪ ਆਫਿਸ ਹੁੰਦੇ ਆ। ਇੱਥੋਂ ਤੱਕ ਤਾਂ ਸਮਝ ਲੱਗ ਗਈ ਵਿਪ। ਬਸ ਤੁਸੀਂ ਪਹਿਲਾਂ ਇੰਨੇ ਪੁਆਇੰਟ ਦੇਖੋ, ਇੱਥੇ ਹੁੰਦਾ ਕੀ ਆ, ਇੱਥੇ ਜਿਹੜੀ ਇਹਨਾਂ ਦੀ ਪਾਰਟੀ ਹੁੰਦੀ ਆ, ਉਹਨਾਂ ਦੀ ਅਟੈਂਡੈਂਸ ਹੁੰਦੀ ਆ, ਉਹ ਸਾਰੀ, ਜਾਂ ਮਤਲਬ ਹੋਰ ਵੀ ਉਹਨਾਂ ਦਾ ਜਿਹੜਾ ਕੁਛ ਕਰਦੇ ਆ ਉਹ ਅਗੇਂਸਟ ਉਹਨਾਂ ਦੇ ਇਸ਼ੂ ਸਾਰੇ ਇੱਥੇ ਉਹ ਦੇਖਦੇ ਆ। ਇਹ ਉਹਨਾਂ ਦਾ ਇੱਕ ਤਰ੍ਹਾਂ ਦਾ ਦਫ਼ਤਰ ਹੁੰਦਾ, ਜਿੱਥੇ ਤੁਸੀਂ ਐਂ ਹਿਸਾਬ ਲਾ ਲਓ ਵੀ ਜਿਹੜਾ ਵਿਪ ਆ, ਵਿਪ ਦੇ ਵਿੱਚ ਉਹਨਾਂ ਦੀ ਹਾਜ਼ਰੀ ਲੱਗਦੀ ਆ, ਚਾਹੇ ਐਂਟੀ ਪਾਰਟੀ ਆ, ਚਾਹੇ ਕੋਈ ਵੀ ਆ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਸੈਸ਼ਨਸ ਦੀ, ਠੀਕ ਆ। ਅਤੇ ਹੁਣ ਦੇਖੋ, ਜਿਹੜੇ ਆਪਣੇ ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਹੁੰਦਾ ਵੀ ਇਹਦੇ ਸੰਮਣ ਜਾਰੀ ਕੌਣ ਕਰਦਾ, ਸੈਸ਼ਨ ਦੇ ਸੰਮਣ ਜਾਰੀ ਟਾਈਮ ਟੂ ਟਾਈਮ ਕੌਣ ਦਿੰਦੇ, ਆਪਣੇ ਰਾਸ਼ਟਰਪਤੀ। ਸੰਮਣ ਰਾਸ਼ਟਰਪਤੀ। ਔਰ ਆਮ ਤੌਰ 'ਤੇ ਕਿੰਨੇ ਹੁੰਦੇ ਆ, ਵੈਸੇ ਇੱਕ ਸਾਲ ਦੇ ਵਿੱਚ ਘੱਟੋ ਘੱਟ, ਇੱਕ ਸਾਲ ਦੇ ਵਿੱਚ ਘੱਟੋ ਘੱਟ 2 ਸੈਸ਼ਨ ਆ ਜਿਹੜੇ ਉਹ ਕੰਪਲਸਰੀ ਨੇ, ਕਿਉਂਕਿ ਦੇਖੋ 12 ਮਹੀਨੇ ਹੁੰਦੇ ਆ ਇੱਕ ਸਾਲ ਦੇ ਵਿੱਚ। ਤਾਂ ਇੱਕ ਜਿਵੇਂ ਇੱਥੇ ਪਹਿਲਾ ਸੈਸ਼ਨ ਮੰਨ ਲਓ ਜਨਵਰੀ 'ਚ ਹੋ ਗਿਆ, ਇਹ ਤਾਂ ਐਗਜ਼ਾਮਪਲ ਲਈ ਆ, ਉਹ ਲਿਖ ਨਾ ਲਿਓ। ਤਾਂ ਦੂਸਰਾ ਸੈਸ਼ਨ ਆ ਜਿਹੜਾ, ਜੇ ਆਪਾਂ ਕਹੀਏ ਵੀ ਉਹ 6 ਮਹੀਨਿਆਂ ਦੇ ਗੈਪ 'ਤੇ ਹੋਣਾ ਚਾਹੀਦਾ ਹੁੰਦਾ, 6 ਮਹੀਨਿਆਂ ਦੇ ਗੈਪ ਤੋਂ ਵੱਧ ਉਹਦੇ ਵਿੱਚ ਗੈਪ ਆ ਜਿਹੜਾ ਉਹ ਪੈਣਾ ਨਹੀਂ ਚਾਹੀਦਾ। ਤਾਂ ਆਹ ਕਲੀਅਰ ਆ ਤੁਹਾਨੂੰ। ਤਾਂ ਹੁਣ ਦੇਖੋ, ਆਪਾਂ ਜੇ ਸੈਸ਼ਨ ਦੀ ਗੱਲ ਕਰਦੇ ਹਾਂ, ਤਾਂ ਸੈਸ਼ਨ ਹੁੰਦੇ ਨੇ ਆਪਣੇ ਆਮ ਤੌਰ 'ਤੇ ਸਾਲ ਦੇ ਵਿੱਚ ਕਿੰਨੇ ਸੈਸ਼ਨ ਹੁੰਦੇ ਆ, ਆਪਣੇ 3 ਸੈਸ਼ਨ ਹੁੰਦੇ ਆ ਸਾਲ ਦੇ ਵਿੱਚ। ਤਾਂ ਕਿਹੜੇ ਕਿਹੜੇ ਨੇ, ਪਹਿਲਾ ਤਾਂ ਇੱਕ ਹੁੰਦਾ ਆਪਣਾ ਬਜਟ ਵਾਲਾ, ਇੱਕ ਆਪਣਾ ਹੁੰਦਾ ਮੌਨਸੂਨ, ਇਹਦੇ ਨਾਲ ਸੈਸ਼ਨ ਸਾਰਿਆਂ ਦੇ ਹੈਗਾ, ਠੀਕ ਆ। ਮੈਂ ਇੱਥੇ ਲਿਖਣਾ ਫਿਰ ਇੰਨਾ ਔਖਾ ਹੋ ਜਾਂਦਾ, ਤਾਂ ਤੁਸੀਂ ਸੁਣ ਕੇ ਆਪਦਾ ਨੋਟ ਕਰ ਲਓ, ਜੇ ਕਰਨਾ ਨਹੀਂ ਤੁਸੀਂ ਸਮਝ ਵੀ ਸਕਦੇ ਹੋ ਐਵੇਂ। ਤਾਂ ਇੱਕ ਹੁੰਦਾ ਵਿੰਟਰ ਸੈਸ਼ਨ, ਜਿਹੜਾ ਤਾਂ ਆਪਣਾ ਬਜਟ ਸੈਸ਼ਨ ਹੁੰਦਾ, ਇਹ ਆਪਣਾ ਚੱਲਦਾ ਗਾ ਫੈਬ ਤੋਂ ਮਈ ਤੱਕ। ਅਤੇ ਜਿਹੜਾ ਇਹ ਵਾਲਾ ਹੁੰਦਾ, ਇਹ ਚੱਲਦਾ ਜੁਲਾਈ ਟੂ ਸੈਪਟੰਬਰ। ਅਤੇ ਜਿਹੜਾ ਇਹ ਚੱਲਦਾ, ਇਹ ਹੁੰਦਾ ਆਪਣਾ ਨਵੰਬਰ ਦਸੰਬਰ ਦੇ ਵਿੱਚ ਜਾ ਕੇ। ਬਸ ਆਹ 3 ਧਿਆਨ ਦੇ ਵਿੱਚ ਰੱਖਿਓ, ਕਿੰਨੇ ਸੈਸ਼ਨ ਹੁੰਦੇ ਆ, 3, ਬਜਟ, ਮੌਨਸੂਨ, ਵਿੰਟਰ, ਠੀਕ ਆ। ਆਹ ਤਾਂ ਮਤਲਬ ਚੜ੍ਹਦੇ ਸਾਲ 'ਚ ਹੀ ਆ ਜਾਂਦਾ, ਆਹ ਲਹਿੰਦੇ ਸਾਲ 'ਚ ਹੁੰਦਾ, ਆਹ ਵਿਚਾਲੇ 'ਚ ਆ ਜਾਂਦਾ ਮੌਨਸੂਨ, ਮੀਂਹ ਦੇ ਮੌਸਮ ਦੇ ਵਿੱਚ। ਇੱਥੋਂ ਤੱਕ ਕਲੀਅਰ ਆ। ਤਾਂ ਹੁਣ ਦੇਖੋ, ਇਸ ਤੋਂ ਬਾਅਦ ਆਪਾਂ ਇੱਕ ਜਿਹੜੀ ਆ ਟਰਮ, ਇਹਦੇ ਬਾਰੇ ਗੱਲ ਕਰਨੀ ਆ। ਇਹਦੇ ਬਾਰੇ ਕੁਐਸਚਨ ਆਉਣ ਦੀ ਬਹੁਤ ਸੰਭਾਵਨਾ ਹੁੰਦੀ ਆ। ਤਾਂ ਜਿਵੇਂ ਹੁਣ ਕੋਈ ਸੈਸ਼ਨ ਚੱਲਦਾ, ਕੀ ਉਹਨੂੰ ਤੋੜਿਆ ਜਾ ਸਕਦਾ, ਇੱਕ ਅੱਧੀ ਮੀਟਿੰਗ ਕੈਂਸਲ ਕੀਤੀ ਜਾ ਸਕਦੀ ਆ, ਜਾਂ ਪੂਰਾ ਜਿਹੜਾ ਉਹ ਮੀਟਿੰਗ ਆ ਦਿਨ, ਜਾਂ ਫਿਰ ਪੂਰਾ ਹਾਊਸ ਆ ਉਹਨੂੰ ਹੀ ਆਪਾਂ ਖ਼ਤਮ ਕਰ ਸਕਦੇ ਹਾਂ। ਤਾਂ ਇਹਦੇ 'ਚ ਕੀ ਹੁੰਦਾ, ਤਾਂ ਦੇਖੋ ਇਹਦੇ 'ਚ ਹੁੰਦੀਆਂ ਨੇ ਐਡਜਰਨਮੈਂਟ ਹੁੰਦੀਆਂ ਨੇ, ਐਡਜਰਨਮੈਂਟ ਹੁੰਦੀ ਆ, ਇਹਨੂੰ ਆਪਾਂ ਕਹਿੰਦੇ ਆ ਸਥਗਿਤ ਕਰਨਾ, ਠੀਕ ਆ। ਕੀ ਕਹਿੰਦੇ ਇਹਨੂੰ ਆਪਾਂ, ਸਥਗਿਤ ਕਰਨਾ। ਤਾਂ ਹੁਣ ਜਿਹੜੀ ਐਡਜਰਨਮੈਂਟ ਹੁੰਦੀ ਆ, ਤਾਂ ਜਦੋਂ ਇਹਨਾਂ ਦੀ ਇੱਕ ਦਿਨ ਦੇ ਵਿੱਚ ਮੀਟਿੰਗ ਹੁੰਦੀਆਂ ਨੇ ਲੋਕ ਸਭਾ ਦੇ ਵਿੱਚ, ਚਾਹੇ ਉਹ ਇੱਕ ਦਿਨ ਦੇ ਵਿੱਚ ਕਿੰਨੀਆਂ ਮੀਟਿੰਗਾਂ ਹੁੰਦੀਆਂ ਨੇ, ਇੱਕ ਦਿਨ ਦੇ ਵਿੱਚ 2 ਮੀਟਿੰਗਾਂ ਕਰਨੀਆਂ ਨੇ, ਇੱਕ ਦਿਨ ਦੇ ਵਿੱਚ ਇਹਨਾਂ ਦੀਆਂ 2 ਮੀਟਿੰਗਾਂ ਹੁੰਦੀਆਂ ਨੇ। ਤਾਂ ਜਿਹੜੀ ਤਾਂ ਇਹਨਾਂ ਦੀ ਪਹਿਲੀ ਮੀਟਿੰਗ ਹੁੰਦੀ ਆ, ਫਸਟ ਮੀਟਿੰਗ ਤਾਂ ਹੁੰਦੀ ਆ 11 AM ਤੋਂ ਲੈ ਕੇ 1 PM ਤੱਕ। ਅਤੇ ਫਿਰ ਜਿਹੜੀ ਦੂਸਰੀ ਮੀਟਿੰਗ ਚੱਲਦੀ ਹੈ ਇਹਨਾਂ ਦੀ, ਉਹ ਹੁੰਦੀ ਆ 2 PM ਤੋਂ ਲੈ ਕੇ 6 PM ਤੱਕ। ਇੱਥੋਂ ਤੱਕ ਕਲੀਅਰ ਆ, ਦਿਨ ਦੇ ਵਿੱਚ ਕਿੰਨੀਆਂ ਮੀਟਿੰਗ ਕਰਦੇ ਆ, 2। ਤਾਂ ਜਿਹੜੀ ਇਹ ਐਡਜਰਨਮੈਂਟ ਹੁੰਦੀ ਆ, ਤਾਂ ਇਹ ਕਿਵੇਂ ਕਿਵੇਂ, ਇੱਕ ਤਾਂ ਹੁੰਦੀ ਆ ਆਪਣੇ ਕੋਲੇ ਸੈਂਡਾਈ, ਇੱਕ ਹੁੰਦੀ ਆ ਪ੍ਰੋਰੋਗੇਸ਼ਨ। ਧਿਆਨ 'ਚ ਰੱਖਣਾ, ਸੈਂਡਾਈ ਐਡਜਰਨਮੈਂਟ। ਅਤੇ
ਜਿਹੜੀ ਤਾਂ ਇਹ ਐਡਜਰਨਮੈਂਟ ਤਾਂ ਇਹਨਾਂ ਦੇ ਨਾਲ ਵੀ ਲੱਗਦਾ, ਠੀਕ ਆ, ਮਤਲਬ ਆਹ ਇਹਦੇ ਨਾਲ ਵੀ ਐਡਜਰਨਮੈਂਟ ਜੁੜਿਆ, ਇਹਦੇ ਨਾਲ ਵੀ ਜੁੜਿਆ। ਤਾਂ ਬਸ ਮੈਂ ਤੁਹਾਨੂੰ ਸਿੰਡਾਈ ਤੇ ਅਕੋਰਡਿੰਗਲੀ ਦੱਸ ਰਿਹਾ। ਜਦੋਂ ਤਾਂ ਮਤਲਬ ਸਿੰਡਾਈ ਹੁੰਦੀ ਹੈ ਜਿਹੜੀ ਇੰਡੈਫੀਨਿਟ ਸਮੇਂ ਦੇ ਲਈ ਭੰਗ ਕਰ ਦਿੱਤੀ ਜਾਵੇ ਤੇ ਉਹਦੀ ਕੋਈ ਡੇਟ ਹੈ ਜਿਹੜੀ ਉਹ ਫਿਕਸ ਨਾ ਹੋਵੇ। ਸਿੰਡਾਈ ਕਦੋਂ ਹੁੰਦੀ ਆ? ਜਦੋਂ ਅਣਮਿੱਥੇ ਸਮੇਂ ਤੱਕ ਭੰਗ ਕਰ ਦਿੱਤੀ ਜਾਵੇ ਜਾਂ ਰੋਕ ਦਿੱਤੀ ਜਾਵੇ, ਉਦੋਂ ਹੁੰਦੀ ਆਪਣੀ ਸਿੰਡਾਈ। ਮਤਲਬ ਇਹਦੇ 'ਚ ਟਾਈਮ ਆ ਜਿਹੜਾ ਉਹ ਫਿਕਸ ਨਹੀਂ ਹੁੰਦਾ, ਠੀਕ ਆ। ਤੇ ਐਡਜਰਨਮੈਂਟ ਹੁੰਦੀ ਆ ਜਿਹੜੀ ਸਿੰਪਲ, ਤਾਂ ਇਹਦੇ 'ਚ ਕਹਿੰਦੇ ਆ ਵੀ ਉਦੋਂ ਕੋਈ ਖਾਸ ਤਰੀਕ ਰੂਕ ਜੀ ਪਤਾ ਹੁੰਦੀ ਆ ਵੀ ਥੋੜ੍ਹੇ ਟਾਈਮ ਲਈ ਹੁੰਦੀ ਆ, ਤੇ ਜਿਹੜੀ ਸਿੰਡਾਈ ਹੁੰਦੀ ਆ ਅਣਮਿੱਥੇ ਸਮੇਂ ਲਈ ਹੁੰਦੀ ਆ। ਤੇ ਜਿਹੜੀ ਪ੍ਰੋਰੋਗੇਸ਼ਨ ਹੁੰਦੀ ਆ ਇਹ ਆਪਣੀ ਹੈਗੀ ਆ ਆਰਟੀਕਲ 85(2) ਸਬ ਕਲੌਜ਼ ਏ। ਤਾਂ ਇਹ ਆਪਣੀ ਪ੍ਰੋਰੋਗੇਸ਼ਨ ਆਪਣੀ ਇਹਦੇ 'ਚ ਹੁੰਦੀ ਆ। ਤਾਂ ਇੱਥੇ ਪੂਰਾ ਸੈਸ਼ਨ ਟਰਮੀਨੇਟ ਹੁੰਦਾ। ਆਹ ਧਿਆਨ ਦੇਣ ਜੋ ਗੱਲ ਆ ਵੀ ਇੱਥੇ ਪੂਰਾ ਜਿਹੜਾ ਸੈਸ਼ਨ ਆ ਨਾ, ਪੂਰਾ ਸੈਸ਼ਨ ਹੀ ਟਰਮੀਨੇਟ ਹੋ ਜਾਂਦਾ। ਜਿਹੜਾ ਪੂਰਾ ਸੈਸ਼ਨ ਆ ਟਰਮੀਨੇਟ ਕਰ ਦਿੱਤਾ ਜਾਂਦਾ। ਜੇ ਸਿੰਡਾਈ ਲੱਗੀ ਤਾਂ ਰਾਸ਼ਟਰਪਤੀ ਹੁੰਦਾ, ਕੋਈ ਇਹਦੇ ਕੋਲ ਪਾਵਰ ਹੁੰਦੀ ਆ ਤਾਂ ਉਹ ਨੋਟੀਫਿਕੇਸ਼ਨ ਇਸ਼ੂ ਕਰਦਾ, ਤੇ ਉਦੋਂ ਵੀ ਇਹਨੂੰ ਕਰ ਸਕਦਾ ਹਾਊਸ ਜੇ ਚੱਲ ਰਿਹਾ ਹੋਵੇ। ਚਾਹੇ ਤਾਂ ਸਿੰਡਾਈ ਲੱਗੀ ਵੀ ਆ ਤਾਂ ਵੀ ਇਹਨੂੰ, ਮਤਲਬ ਇੰਨਾ ਕੁ ਧਿਆਨ ਰੱਖਿਓ ਵੀ ਇਹਨੂੰ ਕਰਨ ਵਾਲੇ ਕੌਣ ਹੁੰਦੇ? ਆਪਣੇ ਰਾਸ਼ਟਰਪਤੀ ਹੁੰਦੇ ਆ। ਹੁਣ ਜੇ ਰਾਸ਼ਟਰਪਤੀ ਨੇ ਚਾਹੇ ਤਾਂ ਸਿੰਡਾਈ ਲੱਗੀ ਵੀ ਆ ਤਾਂ ਵੀ ਕਰ ਸਕਦੇ ਆ, ਚਾਹੇ ਕੋਈ ਸੈਸ਼ਨ ਚੱਲਦਾ ਪਿਆ ਤਾਂ ਵੀ ਇਹ ਕਰ ਸਕਦੇ ਆ। ਓਕੇ, ਤਾਂ ਪ੍ਰੋਰੋਗੇਸ਼ਨ ਕੌਣ ਲੈ ਕੇ ਆਉਂਦੇ? ਆਪਣੇ ਰਾਸ਼ਟਰਪਤੀ ਜੀ ਲੈ ਕੇ ਆਉਂਦੇ ਆ। ਤਾਂ ਬਸ ਇੱਕ ਧਿਆਨ ਦੇ ਵਿੱਚ ਇੱਥੇ ਗੱਲ ਹੋਰ ਆ ਵੀ ਜਿਹੜਾ ਬਜਟ ਸੈਸ਼ਨ ਆ ਉਹ ਟਰਮੀਨੇਟ ਨਹੀਂ ਹੁੰਦਾ। ਬਜਟ ਸੈਸ਼ਨ ਟਰਮੀਨੇਟ ਨਹੀਂ ਹੁੰਦਾ। ਇੱਥੋਂ ਤੱਕ ਕਲੀਅਰ ਆ। ਐਡਜਰਨਮੈਂਟ ਦਾ ਹੁੰਦਾ ਸਥਗਿਤ ਕਰ ਦੇਣਾ ਜਦੋਂ ਕੋਈ ਟਾਈਮ ਆਪਾਂ ਨੂੰ ਪਤਾ ਹੁੰਦਾ। ਤੇ ਜਿਹੜੀ ਸਿੰਡਾਈ ਹੁੰਦੀ ਆ ਇਹ ਹੁੰਦੀ ਆ ਅਣਮਿੱਥੇ ਸਮੇਂ ਤੱਕ, ਇਹਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਵੀ ਕਦੋਂ ਤੱਕ ਕੀਤੀ ਗਈ ਆ। ਤੇ ਜਿਹੜਾ ਹੁੰਦਾ ਪ੍ਰੋਰੋਗੇਸ਼ਨ ਹੁੰਦਾ ਪੂਰਾ ਸੈਸ਼ਨ। ਪ੍ਰੋਰੋਗੇਸ਼ਨ ਆਪਾਂ ਬਸ ਧਿਆਨ ਦੇ ਰੱਖਿਓ ਜੇ ਪੀ ਤੇ ਸ਼ੁਰੂ ਹੁੰਦਾ ਤੇ ਪੀ ਵਾਲੇ ਨੂੰ ਫਿਰ ਰਾਸ਼ਟਰਪਤੀ ਪੀ ਵਾਲੇ ਹੀ ਕਰਨਗੇ, ਪ੍ਰੈਜ਼ੀਡੈਂਟ ਸਾਹਿਬ ਕਰਨਗੇ ਆਪਣੇ। ਕਲੀਅਰ ਆ। ਤਾਂ ਇਹ ਤੋਂ ਬਾਅਦ ਇਹਨਾਂ ਦੇ ਵਿੱਚ ਫਰਕ ਦੇਖ ਲਓ ਵੀ ਜਿਹੜਾ ਤਾਂ ਐਡਜਰਨਮੈਂਟ ਹੁੰਦਾ ਇਹਦੇ 'ਚ ਤਾਂ ਇਕੱਲੀ ਸਿਟਿੰਗ ਜਾਂ ਟਰਮੀਨੇਟ ਹੁੰਦੀ ਹੈ, ਪੂਰਾ ਸੈਸ਼ਨ ਨਹੀਂ ਹੁੰਦਾ। ਜੇ ਆਪਾਂ ਐਡਜਰਨਮੈਂਟ ਦੀ ਗੱਲ ਕਰੀਏ, ਇੱਧਰ ਆਪਾਂ ਐਡਜਰਨਮੈਂਟ ਲਿਖ ਰਹੇ ਹਾਂ, ਇੱਧਰ ਆਪਾਂ ਪ੍ਰੋਰੋਗੇਸ਼ਨ ਲਿਖ ਰਹੇ ਹਾਂ। ਤਾਂ ਇਹਦੇ 'ਚ ਤਾਂ ਜਿਹੜੀ ਹੁੰਦੀ ਆ ਇਕੱਲੀ ਸਿਰਫ ਜਿਹੜੀ ਸਿਟਿੰਗ ਆ ਨਾ ਇਹੀ ਟਰਮੀਨੇਟ ਹੁੰਦੀ ਆ, ਸੈਸ਼ਨ ਨਹੀਂ ਹੁੰਦਾ ਪੂਰਾ। ਸੈਸ਼ਨ ਟਰਮੀਨੇਟ ਨਹੀਂ ਹੁੰਦਾ, ਇਕੱਲੀ ਇਹ ਵਾਲੀ ਹੁੰਦੀ ਆ। ਤੇ ਜਿਹੜਾ ਆਪਣਾ ਇੱਧਰਲੀ ਸਾਈਡ ਆਪਣਾ ਪ੍ਰੋਰੋਗੇਸ਼ਨ ਦੇ ਵਿੱਚ ਆ, ਇਹਦੇ 'ਚ ਪੂਰਾ ਸੈਸ਼ਨ ਆ ਜਿਹੜਾ ਪੂਰਾ ਸੈਸ਼ਨ ਹੀ ਟਰਮੀਨੇਟ ਕਰ ਦਿੱਤਾ ਜਾਂਦਾ। ਤੇ ਇਸ ਤੋਂ ਬਾਅਦ ਇਹਦੇ 'ਚ ਜਿਹੜਾ ਹੈੱਡ ਹੁੰਦਾ ਇਹ ਹੁੰਦੇ ਆਪਣੇ ਸਪੀਕਰ ਜਾਂ ਚੇਅਰਮੈਨ ਦੁਆਰਾ ਕੀਤੀ ਜਾਂਦੀ ਹੈ। ਇਹਨੂੰ ਕਰਨ ਵਾਲੇ ਕੌਣ ਹੁੰਦੇ ਆ? ਜਾਂ ਤਾਂ ਫਿਰ ਇਹਨੂੰ ਸਪੀਕਰ ਕਰਦੇ ਆ, ਜੇ ਰਾਜ ਸਭਾ ਦਾ ਮਾਮਲਾ ਤਾਂ ਉੱਥੇ ਆਪਣੇ ਚੇਅਰਮੈਨ ਕਰਦੇ ਆ। ਤੇ ਚੇਅਰਮੈਨ ਕੌਣ ਹੁੰਦੇ ਆ? ਜਿਹੜੇ ਵੀ ਆਪਣੀ ਕੰਟਰੀ ਦੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ। ਉਹ ਕੌਣ ਨੇ? ਐਮ ਵੈਂਕਈਆ ਨਾਇਡੂ ਨੇ, ਆ ਆਪਣੇ ਓਮ ਬਿਰਲਾ ਜੀ ਨੇ। ਤਾਂ ਇੱਧਰ ਆਪਣੇ ਇਹਨਾਂ ਨੂੰ ਕੌਣ ਕਰਦੇ ਨੇ? ਡਨ ਬਾਏ ਪ੍ਰੈਜ਼ੀਡੈਂਟ। ਤਾਂ ਪ੍ਰੋਰੋਗੇਸ਼ਨ ਪ੍ਰੈਜ਼ੀਡੈਂਟ ਦੁਆਰਾ ਲਿਆਂਦੀ ਜਾਂਦੀ ਆ। ਇਹਦੇ 'ਚ ਜੋ ਵੀ ਬਿੱਲ ਵਗੈਰਾ ਹੁੰਦੇ ਨੇ ਤਾਂ ਉਹ ਦੁਬਾਰੇ ਰਿਜ਼ਿਊਮ ਹੋ ਜਾਂਦੇ ਨੇ। ਇੱਥੇ ਦੁਬਾਰੇ ਮਤਲਬ ਉਹਨਾਂ ਨੂੰ ਓਪਨ ਕੀਤਾ ਜਾ ਸਕਦਾ। ਇਹਦੇ ਵਿੱਚ ਜਿਹੜੇ ਇੰਟਰੋਡਿਊਸ ਹੋਏ ਨਹੀਂ ਹਜੇ ਹੋਣੇ ਸੀ, ਉਹ ਸਾਰੇ ਲੈਪਸ ਹੋ ਜਾਂਦੇ ਆ, ਠੀਕ ਆ। ਇਹਦੇ 'ਚ ਜਿਹੜੇ ਇੰਟਰੋਡਿਊਸ ਨਹੀਂ ਹੋਏ ਉਹ ਲੈਪਸ ਕਰ ਜਾਂਦੇ ਆ। ਤੇ ਜਿਹੜੇ ਲੋਕ ਸਭਾ 'ਚੋਂ ਪਾਸ ਹੋ ਗਏ ਰਾਜ ਸਭਾ ਦੇ ਵਿੱਚ ਚਲੇ ਗਏ ਉਹਨਾਂ ਨੂੰ ਕੋਈ ਨਹੀਂ ਹੁੰਦਾ, ਕਿਉਂਕਿ ਜਿਹੜੀ ਆਪਣਾ ਉਹਦਾ ਪਰਮਾਨੈਂਟ ਹਾਊਸ ਆ ਨਾ ਉਹਦੇ 'ਚ ਤਾਂ ਮਤਲਬ ਕਿ ਪ੍ਰੋਪਰ ਤਰੀਕੇ ਨਾਲ ਤਾਂ ਉਹਨੂੰ ਐਵੇਂ ਕੀਤਾ ਹੀ ਨਹੀਂ ਜਾ ਸਕਦਾ ਵੀ ਜਮੀ ਪ੍ਰੋਪਰ ਹੀ ਉਹ ਹੋ ਜੇ। ਤਾਂ ਇੱਥੋਂ ਤੱਕ ਤੁਹਾਨੂੰ ਕਲੀਅਰ ਹੈ ਵੀ ਆਪਾਂ ਇਹਦੇ ਬਾਰੇ ਗੱਲ ਕਰੀਏ ਵਿਪ ਆਫਿਸ ਬਾਰੇ, ਤਾਂ ਬਾਕੀ ਜਿਹੜੇ ਸੈਸ਼ਨ ਨੇ ਤਾਂ ਉਹਨਾਂ ਦੇ ਬਾਰੇ ਗੱਲ ਕਰੀਏ। ਤਾਂ ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਇੱਥੇ ਸਿਸਟਮ ਆਫ ਇਲੈਕਸ਼ਨ ਟੂ ਲੋਕ ਸਭਾ। ਤਾਂ ਹੁਣ ਇਹਦੇ ਵਿੱਚ ਕਿਵੇਂ ਆਉਂਦੇ ਆ ਦੇਖੋ। ਜੇ ਤਾਂ ਹੁਣ ਸਿੰਪਲ ਮੈਂ ਤੁਹਾਨੂੰ ਦੱਸਣਾ ਹੁੰਦਾ ਵੀ ਇੰਨੇ ਮੈਂਬਰ ਨੇ, ਇੰਨੇ ਵੱਧ ਤੋਂ ਵੱਧ ਮੈਂਬਰ ਆ, ਬਸ ਇੰਨਿਆਂ 'ਤੇ ਚੋਣ ਹੁੰਦੀ ਆ, ਆਹ ਕੁਛ ਗੱਲਬਾਤ ਆ। ਤਾਂ ਉਹਦੇ ਲਈ ਤਾਂ ਸਿਰਫ ਆਪਾਂ ਨੂੰ 20 ਤੋਂ 25 ਮਿੰਟ ਚਾਹੀਦੇ ਸੀ, ਆਪਾਂ ਇੱਕ ਵਾਰੀ 'ਚ ਹੀ ਸਾਰੇ ਲੋਕ ਸਭਾ ਰਾਜ ਸਭਾ ਸਾਰਾ ਕਰ ਲੈਂਦੇ 30 ਮਿੰਟ ਦੇ ਟਾਈਮ ਦੇ ਵਿੱਚ। ਪਰ ਆਪਾਂ PPSC ਦੇ ਨਾਲ ਇੱਕ UPSC ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਲੈਕਚਰ ਆ ਤੁਹਾਡੇ ਲਈ ਬਣਾ ਰਹੇ ਹਾਂ ਵੀ ਤੁਹਾਡਾ ਕੋਈ ਅਗਰ ਉਹਦਾ ਵੀ ਕੋਈ ਕੁਐਸਚਨ ਆਉਂਦਾ ਨਾ ਤਾਂ ਸਟੇਟਮੈਂਟ ਵਾਲਾ, ਤਾਂ ਤੁਹਾਨੂੰ ਕੋਈ ਉਹਦੇ 'ਚ ਸਮੱਸਿਆ ਨਾ ਆਵੇ ਕਰਨ ਦੇ ਲਈ। ਤਾਂ ਸਿਸਟਮ ਆਫ ਇਲੈਕਸ਼ਨ ਦੇ ਦੇਖੀਏ ਤਾਂ ਇਹਦੇ 'ਚ ਆਪਣਾ ਇਹ ਹੁੰਦਾ ਵੀ ਅਲੋਟ ਕੀਤੀਆਂ ਹੁੰਦੀਆਂ ਨੇ ਸੀਟਾਂ ਲੋਕ ਸਭਾ ਦੀਆਂ, ਕਾਹਦੇ ਬੇਸ 'ਤੇ ਹੁੰਦੀਆਂ ਨੇ? ਪਾਪੂਲੇਸ਼ਨ ਦੇ ਬੇਸ 'ਤੇ ਹੁੰਦੀਆਂ ਨੇ, ਠੀਕ ਆ। ਤਾਂ ਨਾਲ ਇੱਕ ਇਹਦਾ ਮਸਲਾ ਇਹ ਹੁੰਦਾ ਵੀ ਬਾਕੀ ਸਟੇਟਾਂ ਦੇ ਨਾਲ ਜਿਹੜੀ ਰੇਸ਼ੋ ਆ ਉਹ ਸੇਮ ਰਹਿਣੀ ਚਾਹੀਦੀ ਆ। ਇਹ ਨਾ ਹੋਵੇ ਵੀ ਇੱਥੇ ਹੈਗੀ ਆ 10 ਲੱਖ ਪਾਪੂਲੇਸ਼ਨ, ਠੀਕ ਆ, ਤਾਂ ਇਹਦੇ 'ਤੇ ਤਾਂ ਹੈਗੇ ਨੇ 10 ਲੱਖ ਤੇ 10 ਹੀ ਨੇ। ਤਾਂ ਇੱਥੇ ਹੈਗੀ ਆ 5 ਲੱਖ, ਤਾਂ ਇੱਥੇ 5 ਲੱਖ 10 ਨੇ। ਹੁਣ ਦੇਖੋ ਆਹ ਤਾਂ ਸੇਮ ਕਰਤੇ, ਠੀਕ ਆ, ਪਰ ਰੇਸ਼ੋ ਸੇਮ ਹੋ ਗਈ? ਨਹੀਂ ਹੋਈ, ਕਿਉਂਕਿ ਤਾਂ ਇਹ ਚੀਜ਼ ਹੁੰਦੀ ਆ ਵੀ ਜਿਹੜੀ ਇਹਦੇ 'ਚ ਧਿਆਨ 'ਚ ਰੱਖਣੀ ਹੁੰਦੀ ਆਪਾਂ ਵੀ ਆਪਾਂ ਨੂੰ ਰੇਸ਼ੋ ਇੱਕ ਸੇਮ ਰੱਖਣੀ ਹੁੰਦੀ ਆ ਪਾਪੂਲੇਸ਼ਨ ਦੇ ਨਾਲ ਬਾਕੀ ਸਟੇਟਸ ਦੀ ਰੇਸ਼ੋ ਆ ਜਿਹੜੀ ਉੱਥੇ ਆਪਾਂ ਸੀਟ ਵੀ ਆ ਜਿਹੜੀ ਉਹ ਸੇਮ ਰੇਸ਼ੋ ਦੇ ਵਿੱਚ ਹੋਣੀ ਚਾਹੀਦੀ ਆ। ਤਾਂ ਹੁਣ ਦੇਖੋ ਜਿਹੜੀ ਸਟੇਟ ਦੀ ਜਨਸੰਖਿਆ 6 ਮਿਲੀਅਨ ਤੋਂ ਘੱਟ ਹੋਵੇ ਤਾਂ ਉੱਥੇ ਇਹ ਸੀਟ ਆ ਜਿਹੜੀ ਐਲੋਕੇਟ ਨਹੀਂ ਕਰਦੇ ਉਹ, ਠੀਕ ਆ। ਤਾਂ ਬਾਕੀ ਸੰਵਿਧਾਨ ਆਪਣਾ ਇੰਸ਼ੋਰ ਕਰਦਾ ਵੀ ਜਿਹੜੀ ਉਹਨਾਂ ਦੇ ਵਿੱਚ ਯੂਨੀਫਾਰਮਿਟੀ ਆ ਉਹ ਬਣੀ ਰਹੇ, ਵੀ ਜੇ ਤਾਂ ਬਾਕੀ ਰਾਜਾਂ ਦੇ ਨਾਲ ਉਹ ਵੀ ਬਣੀ ਰਹੇ, ਅਲੱਗ-ਅਲੱਗ ਸਟੇਟ ਦੇ ਵਿੱਚ ਜਿਹੜੀ 20 ਉਹਨਾਂ ਦੇ ਵਿੱਚ ਵੀ ਬਣੀ ਰਹੇ। ਬਾਕੀ ਸੰਸਦ ਕੋਲੇ ਰਾਈਟ ਹੁੰਦਾ
ਸੰਸਦ ਦੇ ਕੋਲ ਰਾਈਟ ਹੁੰਦਾ ਵੀ ਜਦੋਂ ਕੋਈ ਵੀ ਜਨਗਣਨਾ ਹੁੰਦੀ ਆ, ਹਰ ਜਨਗਣਨਾ ਦੇ ਬਾਅਦ ਉਹ ਸੀਟਾਂ ਨੇ ਜਿਹੜੀਆਂ ਤੇ ਉਹਨਾਂ ਨੂੰ ਰੀਐਡਜਸਟ ਕੀਤਾ ਜਾ ਸਕਦਾ। ਜਿਵੇਂ ਕਿ ਹੁਣ ਆਪਾਂ ਜੰਮੂ ਕਸ਼ਮੀਰ ਦਾ ਮੁੱਦਾ ਦੇਖਿਆ ਹੀ ਆ, ਤਾਂ ਹੁਣ ਉਹਦੇ 'ਚ ਆਪਾਂ ਜਦੋਂ ਇਹ ਕੀਤੇ ਜਾ ਸਕਦੇ ਆਪਣੇ ਹਰ ਸੈਂਸਸ ਤੋਂ ਬਾਅਦ ਜਿਹੜਾ ਸੰਸਦ ਆ ਉਹ ਰੀਐਡਜਸਟ ਕਰ ਸਕਦਾ। ਇਹਦੇ ਲਈ ਉਹ ਕੀ ਕਰਦੇ ਨੇ, ਡੀਲਿਮਿਟੇਸ਼ਨ ਕਮਿਸ਼ਨ ਬਣਦਾ। ਤਾਂ ਇਹ ਹੁਣ ਤੱਕ ਜਿਹੜੇ ਆਪਣੇ ਬਣੇ ਸੀ, ਪਹਿਲਾਂ ਇਹ 4 ਬਣੇ ਨੇ, 1952, 62, ਫਿਰ 1972, ਫਿਰ ਇਹਦੇ ਬਾਅਦ 2002। ਆਹ 2 ਵਾਲੇ ਦੀਆਂ ਮਤਲਬ 8 ਦੇ ਵਿੱਚ ਇਹ ਤਕਰੀਬਨ ਲਾਗੂ ਹੋਇਆ ਸੀਗਾ। ਤਾਂ ਇੱਕ ਆ ਹੁਣ ਬਣਾਇਆ ਗਿਆ ਸੀ ਆਪਣਾ ਜੰਮੂ ਕਸ਼ਮੀਰ ਦੇ ਲਈ। ਤਾਂ ਹੁਣ ਦੇਖੋ ਇਹ ਜਿਹੜੇ ਬਣੇ ਸੀ ਤਾਂ ਇਹਨਾਂ ਦੇ ਵਿੱਚ ਕੀ ਹੁੰਦਾ, ਤੇ ਇੱਕ ਤਾਂ ਇਹਨਾਂ ਦੇ ਵਿੱਚ ਹੁੰਦਾ ਆਪਣਾ ਜਿਹੜਾ ਵੀ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਉਹ ਵਾਲੇ ਹੁੰਦੇ ਆ, ਔਰ ਇੱਕ ਰਿਟਾਇਰ ਜੱਜ ਸੁਪਰੀਮ ਕੋਰਟ ਆ, ਔਰ ਇੱਕ ਹੁੰਦੇ ਇਹਦੇ 'ਚ ਆਪਣੇ ਜਿਹੜੀ ਉਹ ਸੰਬੰਧਿਤ ਸਟੇਟ ਹੁੰਦੀ ਹੈ ਜਿੱਥੇ ਮਤਲਬ ਕਿ ਇਹ ਕਰਨਾ, ਜਿਹੜੀ ਸਟੇਟ ਦੇ ਵਿੱਚ ਹੋ ਰਿਹਾ ਉੱਥੋਂ ਦੇ ਜਿਹੜੇ ਆਪਣੇ ਇਲੈਕਸ਼ਨ ਕਮਿਸ਼ਨਰ ਹੁੰਦੇ ਆ ਉਹ ਵਾਲੇ, ਔਰ ਉੱਥੋਂ ਦੇ 5 MP ਤੇ 5 MLA, 5 MP 5 MLA ਇਹ ਐਸੋਸੀਏਟ ਹੁੰਦੇ ਆ। ਤੇ ਹੁਣ ਆ ਜਿਹੜਾ ਜੰਮੂ ਕਸ਼ਮੀਰ ਵਾਲਾ ਮੁੱਦਾ ਸੀ ਉਹਦੇ 'ਚ MLA ਨੂੰ ਤਾਂ ਸ਼ਾਇਦ ਕਨਕਲੂਡ ਹੀ ਨਹੀਂ ਕੀਤਾ ਗਿਆ ਜਿਹੜੇ ਉੱਥੇ ਸੀਗੇ, ਤਾਂ ਇਹਦੇ ਲਈ ਵੀ ਬਣਿਆ ਸੀਗਾ ਹੁਣ ਆ ਜੰਮੂ ਦੇ ਲਈ। ਤਾਂ ਇਹਦਾ ਮਤਲਬ ਇਹ ਹੁੰਦਾ ਵੀ ਪਾਪੂਲੇਸ਼ਨ ਉੱਥੇ ਵਧੀ ਘਟੀ ਆ, ਤਾਂ ਫਿਰ ਉਹ ਬਰਾਬਰ ਕਰਨ ਦੇ ਲਈ ਕੋਈ ਏਰੀਆ ਇੱਧਰ ਆਉਂਦਾ ਉੱਧਰ ਆਉਂਦਾ ਵੀ ਕਿਸੇ ਨੂੰ ਦਿੱਕਤ ਨਾ ਹੋਵੇ ਵੋਟਾਂ ਪਵਾਉਣ ਦੇ ਵਿੱਚ, ਜਾਂ ਲੋਕਾਂ ਨੂੰ, ਜਾਂ ਫਿਰ ਜਦੋਂ MP ਬਣ ਗਿਆ ਤਾਂ ਉਹਨੂੰ ਇੱਧਰ ਉੱਧਰ ਘੁੰਮਣ ਦੇ ਵਿੱਚ, ਲੋਕਾਂ ਨਾਲ ਡੀਲ ਕਰਨ ਦੇ ਵਿੱਚ ਕੋਈ ਸਮੱਸਿਆ ਨਾ ਆਵੇ। ਤਾਂ ਕਰਕੇ ਵੀ ਸਾਰੀਆਂ ਚੀਜ਼ਾਂ ਦੇਖ ਕੇ ਉਹ ਕੀਤਾ ਜਾਂਦਾ। ਠੀਕ ਆ, ਤਾਂ ਇਹ ਡੀਲਿਮਿਟੇਸ਼ਨ ਕਮਿਸ਼ਨ ਦੇ ਬਾਰੇ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਆਪਣੇ ਕਿਵੇਂ ਬਣਦਾ, ਕੌਣ ਕੌਣ ਇਹਦੇ ਬਾਰੇ ਕੁਐਸਚਨ ਵੀ ਬਣਨ ਨੂੰ ਦੇਖਣ ਨੂੰ ਮਿਲ ਸਕਦਾ ਤੁਹਾਨੂੰ ਆਏ ਵੇ, ਇਹਦੇ ਵਿੱਚੋਂ ਵੀ ਬਹੁਤ ਕੁਐਸਚਨ ਨੇ। ਤਾਂ ਹੁਣ ਆਪਾਂ ਉਹ PPT ਨਹੀਂ ਬਣਾਈ ਹੋਈ, ਨਹੀਂ ਤਾਂ ਤੁਹਾਨੂੰ ਕੁਐਸਚਨ ਮੈਂ ਉਹਦੇ 'ਚ ਤਾਂ ਦਿਖਾਈ ਦਿੰਦਾ, ਪਰ ਹੁਣ ਇਹ ਤੁਹਾਨੂੰ ਮੈਂ ਇੱਕ ਲੈਕਚਰ ਦੇ ਵਾਂਗ ਹੀ ਸਮਝਾ ਰਿਹਾ ਹੁਣ। ਤਾਂ ਤੁਸੀਂ ਕੀ ਕਰਨਾ ਵੀ ਜ਼ਿਆਦਾ ਤੋਂ ਜ਼ਿਆਦਾ ਪਹਿਲਾਂ ਸਬਸਕ੍ਰਾਈਬ ਕਰਾ ਦਿਓ ਚੈਨਲ ਨੂੰ, ਫਿਰ ਆਪਾਂ ਨੂੰ ਨਾ ਲਾਈਵ ਬਟਨ ਦੀ ਆਪਸ਼ਨ ਮਿਲ ਜਾਣੀ ਆ। ਫਿਰ ਆਪਾਂ ਤੁਹਾਡੇ ਨਾਲ ਜਿਹੜਾ ਵੀ ਕੋਈ ਡਾਊਟ ਹੋਇਆ ਕਰੂਗਾ ਉਹ ਤੁਹਾਡਾ ਕਲਾਸ ਦੇ ਵਿੱਚ ਆਪਾਂ ਲਾਈਵ ਕਲਾਸ ਲਾ ਕੇ ਹੀ ਦੂਰ ਕਰਿਆ ਕਰਾਂਗੇ। ਜਿਵੇਂ ਹੁਣ ਤੁਹਾਨੂੰ ਕਮੈਂਟ ਕਰਨੇ ਪੈਂਦੇ ਆ, ਤਾਂ ਉਦੋਂ ਤੁਸੀਂ ਆਪਦਾ ਡਾਊਟ ਆ ਜਿਹੜਾ ਉਹ ਨਾਲ ਦੀ ਨਾਲ ਹੀ ਕਲੀਅਰ ਕਰ ਸਕੋਗੇ। ਤਾਂ ਹੁਣ ਦੇਖੋ ਆਪਾਂ ਗੱਲ ਕਰਦੇ ਹਾਂ ਜਿਹੜੀ ਆਪਣੀ 42ਵੀਂ ਅਮੈਂਡਮੈਂਟ ਹੋਈ ਸੀ ਨਾ, ਆਹ ਪੁਆਇੰਟ ਆ ਥੋੜ੍ਹਾ ਜਿਹਾ ਧਿਆਨ ਨਾਲ ਸਮਝ ਲਿਓ। ਤਾਂ 42ਵੀਂ ਜਿਹੜੀ ਅਮੈਂਡਮੈਂਟ ਹੋਈ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੀ। ਕਿਉਂਕਿ ਇਹਦੇ 'ਚ ਚੇਂਜਸ ਬਹੁਤ ਜ਼ਿਆਦੀਆਂ ਸੀ, ਸੋ ਦੈਟਸ ਵਾਈ ਕਾਲਡ ਮਿਨੀ ਕੌਂਸਟੀਟਿਊਸ਼ਨ। ਤਾਂ ਹੁਣ ਇਹਨੇ ਕਹਿਤਾ ਸੀ ਇੱਕ ਨਾ ਬੇਸ ਇਹਨੇ ਸੈੱਟ ਕਰਤਾ ਵੀ 1971 ਦੀ ਜਿਹੜੀ ਪਾਪੂਲੇਸ਼ਨ ਆ ਬਸ ਉਹਨੂੰ ਦੇਖਾਂਗੇ, ਕਿਉਂਕਿ ਇਹ 77 'ਚ ਹੋਈ ਆ। ਤਾਂ ਇਹਨਾਂ ਨੇ ਕਹਿਤਾ ਵੀ ਉਦੋਂ ਦਾ ਲੇਟੈਸਟ ਆਹੀ ਸੀਗੀ ਵੀ ਆਪਾਂ 1971 ਨੂੰ ਬੇਸ ਮੰਨ ਕੇ ਦੇਖਾਂਗੇ ਜਿਹੜੀਆਂ ਸੀਟਾਂ ਦੀ ਐਲੋਕੇਸ਼ਨ ਕਰਨੀ ਆ। ਤਾਂ ਫਿਰ ਇਸ ਤੋਂ ਬਾਅਦ ਦੇ ਵਿੱਚ ਕੀ ਹੋਇਆ, 25 ਸਾਲਾਂ ਦੇ ਲਈ 84ਵੀਂ ਅਮੈਂਡਮੈਂਟ ਕੀਤੀ। ਜਦੋਂ 84ਵੀਂ ਅਮੈਂਡਮੈਂਟ ਹੋਈ 2001 ਦੇ ਵਿੱਚ, ਤਾਂ ਇਹ 25 ਸਾਲ ਦੇ ਲਈ ਅੱਗੇ ਹੋਰ ਐਕਸਟੈਂਡ ਕਰਤਾ। ਠੀਕ ਆ, ਤਾਂ ਉਦੋਂ ਮਤਲਬ ਕਹਿਤਾ ਵੀ 2000 ਅਸੀਂ ਫਿਰ ਅੱਗੇ 25 ਸਾਲ ਦੇ ਲਈ ਕਰਕੇ ਇਹਨਾਂ ਨੇ ਮਤਲਬ ਉਦੋਂ ਵਧਾਤਾ ਵੀ 2026 ਤੱਕ ਕਰਾਂਗੇ ਆਪਾਂ। ਇਹਨੂੰ ਹੁਣ ਆਪਣਾ ਕਰਿਆ ਵਾ ਸੀਗਾ ਪਹਿਲਾਂ, ਇਹ ਹੁਣ ਕਿੰਨਾ ਚੱਲਿਆ ਤਾਂ 2026 ਤੱਕ ਆ। ਠੀਕ ਆ, ਤਾਂ ਸੌਰੀ ਗਾਈਜ਼, ਤਾਂ ਉਦੋਂ ਮਤਲਬ ਕਿ ਇੱਕ ਆਹ ਅਮੈਂਡਮੈਂਟ ਦੇਖਣੀ ਆ ਤੁਸੀਂ। 42ਵੀਂ ਅਮੈਂਡਮੈਂਟ ਨੇ ਕਿਹਾ ਵੀ 1971 ਦਾ ਜਿਹੜਾ ਬੇਸ ਅਸੀਂ ਉਹਨੂੰ ਦੇਖਾਂਗੇ। ਫਿਰ ਜਦੋਂ 84ਵੀਂ ਅਮੈਂਡਮੈਂਟ ਹੋਈ ਸੀ ਤਾਂ ਇਹਨਾਂ ਨੇ ਕਿਹਾ ਵੀ 1991 ਦੀ ਸੈਂਸਸ ਦੇ ਆਧਾਰ 'ਤੇ ਵੰਡਣ ਨੂੰ ਦੇਖ ਲਓ। ਤਾਂ ਜਿਹੜਾ 84ਵਾਂ ਸੀ ਇਹਨੇ ਤਾਂ ਕਿਹਾ ਸੀ 1991 ਵਾਲਾ ਬੇਸ ਲਾਓ ਤੁਸੀਂ। ਠੀਕ ਆ, ਤੇ ਫਿਰ ਹੁਣ ਜਿਹੜਾ ਆਪਣਾ ਹੋਇਆ ਵਾ ਲੋਕ ਫਾਈਨਲ ਹੋਈ ਵੀ ਆ ਗੱਲਬਾਤ, ਤਾਂ ਇਹਨੂੰ ਆਪਾਂ ਕਹਿੰਦੇ ਹਾਂ ਅਸੀਂ ਵੀ 2026 ਦਾ ਆਪਾਂ ਜਿਹੜਾ ਇਹਨੂੰ ਉਹ ਕਰਨਾ। ਤਾਂ ਇਸ ਤੋਂ ਬਾਅਦ ਇੱਕ ਅਮੈਂਡਮੈਂਟ ਇਹਦੇ ਨਾਲ ਹੁੰਦੀ ਸੀ 87ਵੀਂ, ਇਹ ਹੋਈ ਸੀ 2003 ਦੇ ਵਿੱਚ। ਤਾਂ ਇਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ 1991 ਨੂੰ ਨਹੀਂ ਬਲਕਿ ਬੇਸ ਲੈਣਾ ਚਾਹੀਦਾ, ਇਹਨਾਂ ਨੇ ਕਿਹਾ ਵੀ 2001 ਆ ਜਿਹੜਾ ਇਹਨੂੰ ਬੇਸ ਲੈਣਾ ਚਾਹੀਦਾ ਸਾਨੂੰ। ਠੀਕ ਆ, ਤਾਂ ਇਹਦੇ 'ਚ ਇਹਨਾਂ ਨੇ ਜਿਹੜਾ ਆਪਣਾ ਪਹਿਲਾਂ 2001 ਦੀ ਅਮੈਂਡਮੈਂਟ ਸੀ ਉਹਦੇ 'ਚ ਇਕੱਲੀਆਂ ਜਨਰਲ ਸੀਟਸ ਦੇ ਲਈ ਉਹਨਾਂ ਨੇ ਕੀਤਾ ਸੀ। ਤਾਂ ਉਹਦੇ 'ਚ ਜਿਹੜੀਆਂ ਰਿਜ਼ਰਵ ਸੀਟਾਂ ਸੀਗੀਆਂ ਉਹਨਾਂ ਦੇ ਲਈ ਇਹਦੇ 'ਚ ਕੋਈ ਗੱਲਬਾਤ ਨਹੀਂ ਕਹੀ ਹੋਈ ਸੀ। ਤਾਂ ਕਰਕੇ ਵੀ ਇਹਨਾਂ ਨੇ ਕਿਹਾ ਵੀ ਦੁਬਾਰੇ ਜਿਹੜੀ ਆਪਾਂ ਅਮੈਂਡਮੈਂਟ ਕਰਦੇ ਹਾਂ। ਤਾਂ ਫਿਰ ਉਹਨਾਂ ਨੇ 87ਵੀਂ ਅਮੈਂਡਮੈਂਟ 2003 ਦੇ ਵਿੱਚ ਲੈ ਕੇ ਆਂਦੀ। ਤਾਂ ਫਿਰ ਉਹਨਾਂ ਨੇ ਕਿਹਾ, ਕਹਿੰਦੇ ਵੀ SC ਤੇ ST ਨੂੰ ਤਾਂ ਤੁਸੀਂ ਕਾਊਂਟ ਹੀ ਨਹੀਂ ਕੀਤਾ। ਤਾਂ ਫਿਰ ਉਹਨਾਂ ਨੇ ਦੁਬਾਰੇ ਇਹਦੇ 'ਚ ਕਰਤਾ ਸੀ ਵੀ 2001 ਦੀ ਜਨਗਣਨਾ ਲਓ, ਉਹਨਾਂ ਨੇ ਕਿਹਾ ਸੀ 1991 ਦੀ ਲੈ ਲਓ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਇੱਥੇ ਰਿਜ਼ਰਵੇਸ਼ਨ ਦੀ। ਜੇ ਆਪਾਂ ਰਿਜ਼ਰਵੇਸ਼ਨ ਦੀ ਗੱਲ ਕਰੀਏ, ਠੀਕ ਆ, ਜਿਹੜੀ ਰਿਜ਼ਰਵੇਸ਼ਨ ਆ ਨਾ SC ਤੇ ST ਜਿਹੜੀ ਇਹਨਾਂ ਦੀ ਰਿਜ਼ਰਵੇਸ਼ਨ ਆ, ਤਾਂ ਆਪਣੇ ਅਸਲ ਸੰਵਿਧਾਨ ਦੇ ਵਿੱਚ 10 ਸਾਲ ਲਈ ਸੀ। ਜਿਹੜਾ ਆਪਣਾ ਅਸਲੀ ਸੰਵਿਧਾਨ ਸੀ ਉਹਦੇ 'ਚ ਇਹਨਾਂ ਦੀ ਰਿਜ਼ਰਵੇਸ਼ਨ ਕਿੰਨੇ ਟਾਈਮ ਲਈ ਸੀਗੀ, ਸਿਰਫ
10 ਸਾਲ ਲਈ ਸੀ, ਤਾਂ ਜੋ ਵੀ ਮਤਲਬ ਕਿ ਬਰਾਬਰ ਜਿਹਾ ਹੋ ਸਕੇ ਕੰਮ। ਤਾਂ ਇਹ 1960 ਤੱਕ ਓਰੀਜਨਲ ਕਨਸਟੀਟਿਊਸ਼ਨ ਆਪਣਾ ਕਹਿੰਦਾ ਸੀ। ਫਿਰ ਇਹਨਾਂ ਨੇ ਕੀ ਕਰਿਆ, ਐਵਰੀ ਈਅਰ ਐਕਸਟੈਂਡਡ 10 ਈਅਰ, ਮਤਲਬ 10-10 ਸਾਲ ਕਰਕੇ ਇਹਨੂੰ ਵਧਾਉਂਦੇ ਆਈ ਗਏ। ਤਾਂ ਫਿਰ ਇਹ ਤੋਂ ਬਾਅਦ ਨਾ ਇਹਦੇ ਰਿਲੇਟਡ ਇੱਕ ਅਮੈਂਡਮੈਂਟ ਹੋਈ 95th ਨੰਬਰ ਦੀ, ਇਹ 2009 ਦੇ ਵਿੱਚ ਹੋਈ ਸੀ। ਅਮੈਂਡਮੈਂਟ ਨੇ ਜਿਹੜੀਆਂ, ਇਹਨਾਂ ਨੂੰ ਤੁਸੀਂ ਨਾ ਇੱਕ ਕਾਪੀ ਦੇ ਉੱਤੇ ਅਲੱਗ ਪੇਜ ਲਾ ਲਓ, ਉਹਦੇ 'ਚ ਅਮੈਂਡਮੈਂਟ ਨੇ ਜਿਹੜੀਆਂ ਉਹ ਲਗਾਤਾਰ ਨੋਟ ਕਰ ਲਿਆ ਕਰੋ, ਫਿਰ ਬਾਅਦ ਦੇ ਵਿੱਚ ਉਹਨਾਂ ਨੂੰ 2-4 ਵਾਰ ਰਿਵਾਈਜ਼ ਕਰੋਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਬੈਠ ਜਾਣਗੀਆਂ। ਤਾਂ ਇਹ ਆਪਣੀ 2009 ਦੇ ਵਿੱਚ ਹੋਈ ਸੀ। ਇਹਨਾਂ ਨੇ ਕਿਹਾ ਵੀ 2020 ਤੱਕ ਹੋਰ ਵਧਾਤਾ ਸੀ ਇਹ 10 ਸਾਲ ਲਈ, ਅੱਗੇ ਆਪਾਂ ਹੋਰ ਇਹਨੂੰ ਐਕਸਟੈਂਡ ਕਰਕੇ 2020 ਤੱਕ ਇਹਨਾਂ ਨੇ ਹੋਰ ਵਧਾਤਾ। ਹੁਣ ਦੇਖੋ ਵੀ ਇਹਦੇ 'ਚ ਥੋੜ੍ਹਾ ਜਿਹਾ ਰੌਲਾ ਐਵੇਂ ਪੈਂਦਾ ਵੀ ਕਹਿੰਦੇ ਵੀ ਜਦ ਉਹਨਾਂ ਲਈ, ਜਦੋਂ ਆਪਾਂ ਇਲੈਕਸ਼ਨਾਂ ਕਰਾਉਂਦੇ ਆ ਉਹਨਾਂ ਦੇ ਲਈ ਅਲੱਗ ਆਪਣਾ ਇਲੈਕਟੋਰੇਟ ਨਹੀਂ ਹੁੰਦਾ, ਅਲੱਗ ਇਲੈਕਟੋਰੇਟ ਨਹੀਂ ਬਣਦਾ। ਔਰ ਫਿਰ ਇਹ ਤੋਂ ਬਾਅਦ ਤੇ ਨਾ ਹੀ ਕਹਿੰਦਾ ਉਹ ਡਿਵਾਈਡ ਹੁੰਦੇ ਨੇ, ਮਤਲਬ ਵਰਜਿਤ ਹੁੰਦੇ ਨੇ ਕਿਸੇ ਜਨਰਲ ਸੀਟ ਤੇ ਖੜਨ ਤੋਂ, ਮਤਲਬ ਜਨਰਲ ਸੀਟ ਤੇ ਵੀ ਖੜ ਸਕਦੇ ਆ ਤੇ ਉਹਨਾਂ ਨੂੰ ਕੋਈ ਅਲੱਗ ਤੋਂ ਦਿੱਤਾ ਵੀ ਨਹੀਂ ਜਾਂਦਾ। ਵੀ ਮਤਲਬ ਕਹਿੰਦੇ ਆ ਵੀ ਇਹ ਕਿਉਂ ਕਰ ਰਹੇ ਨੇ, ਵੀ ਇਹਦੇ 'ਚ ਆਪਣਾ ਵੀ ਜਿਹੜਾ ਓਰੀਜਨਲ ਕਨਸਟੀਟਿਊਸ਼ਨ ਸੀ ਤਾਂ ਉਹਦੇ ਲਈ ਤਾਂ ਇਹ 10 ਸਾਲ ਦੇ ਲਈ ਸੀਗਾ, ਤਾਂ ਪਰ ਇੱਥੇ ਆਪਾਂ ਨਾ ਇਹਦੇ ਐਂਟੀ ਆ ਨਾ ਆਪਾਂ ਇਹਦੇ ਫੇਵਰ 'ਚ ਆ, ਤਾਂ ਇਹ ਤਾਂ ਇੱਕ ਪੁਆਇੰਟ ਸੀ ਆਪਣਾ ਪੋਲਿਟੀ ਦਾ, ਤਾਂ ਕਰਕੇ ਆਪਾਂ ਇਹਨੂੰ ਇੱਥੇ ਧਿਆਨ ਦੇ ਵਿੱਚ ਰੱਖ ਕੇ ਪੜ੍ਹ ਰਹੇ ਹਾਂ। ਤਾਂ ਬਾਕੀ ਜਿਹੜੀ ਲੋਕ ਸਭਾ ਗਈ ਆਪਣੀ, ਠੀਕ ਆ, ਤੇ ਜਿਹੜੀਆਂ ਲੋਕ ਸਭਾ ਤਾਂ ਇਹਦੇ 'ਚ ਤਾਂ ਆਪਣਾ ਟੈਰੀਟੋਰੀਅਲ ਸਿਸਟਮ ਚੱਲਦਾ, ਰੀਪ੍ਰੈਜੈਂਟੇਸ਼ਨ ਆ, ਮਤਲਬ ਵੋਟਾਂ ਪੈਂਦੀਆਂ ਨੇ ਨਾ, ਤਾਂ ਇਹਦੇ 'ਚ ਆਪਣੇ ਐਮਪੀ ਨੇ ਉਹ ਆਪਾਂ ਡਾਇਰੈਕਟ ਚੁਣਦੇ ਹਾਂ। ਫਿਰ ਇਸ ਤੋਂ ਬਾਅਦ ਜਿਹੜੀ ਆਪਣੀ ਰਾਜ ਸਭਾ ਗਈ, ਜਿਹੜੀ ਆਪਣੀ ਰਾਜ ਸਭਾ ਉਹਦੇ 'ਚ ਆਪਣਾ ਪ੍ਰਪੋਰਸ਼ਨਲ ਸਿਸਟਮ ਆ, ਠੀਕ ਆ, ਪ੍ਰਪੋਰਸ਼ਨਲ ਆਪਣਾ ਰੀਪ੍ਰੈਜੈਂਟੇਸ਼ਨ ਸਿਸਟਮ। ਤੇ ਜਿਹੜਾ ਇਹ ਵਾਲਾ ਇਹ ਦੋ ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਆਪਣਾ ਸਿੰਗਲ ਟਰਾਂਸਫਰ ਏਬਲ ਵੋਟ ਸਿਸਟਮ, ਔਰ ਦੂਸਰਾ ਆਪਣਾ ਹੁੰਦਾ ਲਿਸਟ ਸਿਸਟਮ। ਲਿਸਟ ਸਿਸਟਮ ਆਪਾਂ ਫੋਲੋ ਨਹੀਂ ਕਰਦੇ, ਆਪਣੇ ਆਹ ਵਾਲਾ ਚੱਲਦਾ। ਤੇ ਜਿਹੜਾ ਆਪਾਂ ਸਿੰਗਲ ਵਾਲਾ ਆਪਾਂ ਯੂਜ਼ ਕਰਦੇ ਆ, ਇਹ ਕਿਹਦੇ ਲਈ ਆ, ਆਪਣੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਲਈ ਕਰਦੇ ਆਪਾਂ। ਤੇ ਬਾਕੀ ਜੇ ਆਪਣੇ ਵਿਧਾਨ ਪਰਿਸ਼ਦ ਆ ਕਿਸੇ ਸਟੇਟ, ਵਿਧਾਨ ਸਭਾ ਦੀ ਲੋਕ ਹੀ ਚੁਣਦੇ ਆ, ਵਿਧਾਨ ਪਰਿਸ਼ਦ ਆ, ਤੇ ਇਹਦੇ ਦੇ ਲਈ ਆਪਣਾ ਤੇ ਵਾਈਸ ਪ੍ਰੈਜ਼ੀਡੈਂਟ ਲਈ, ਇਹਨਾਂ ਦੇ ਆਪਣਾ ਰਾਜ ਸਭਾ ਲਈ, ਇਹਨਾਂ ਦੇ ਆਪਾਂ ਕਿਹੜਾ ਸਿਸਟਮ ਵਰਤਦੇ ਆ, ਪ੍ਰਪੋਰਸ਼ਨਲ ਦੋ ਤਰ੍ਹਾਂ ਦਾ, ਉਹਦੇ 'ਚ ਆਪਾਂ ਸਿੰਗਲ ਟਰਾਂਸਫਰ ਜਿਹੜਾ ਆਪਣਾ ਸਿਸਟਮ ਆ ਇਹਨੂੰ ਆਪਾਂ ਅਡਾਪਟ ਕੀਤਾ ਹੋਇਆ, ਲਿਸਟ ਸਿਸਟਮ ਆਪਾਂ ਨਹੀਂ ਯੂਜ਼ ਕਰ ਰਹੇ। ਤੇ ਜਿਹੜਾ ਆਪਣੇ ਇਹ ਹੁੰਦਾ, ਇਹ ਆਪਣੇ ਐਮਪੀ ਨੇ ਜਾਂ ਐਮਐਲਏ ਨੇ, ਉਹਨਾਂ ਦੇ ਲਈ ਅਸੀਂ ਟੈਰੀਟੋਰੀਅਲ ਵਾਲਾ ਜਿਹੜਾ ਆ ਇਹਨੂੰ ਆਪਾਂ ਚੂਜ਼ ਕਰਦੇ ਹਾਂ, ਠੀਕ ਆ। ਤਾਂ ਬਾਕੀ ਬਹੁਤ ਇਹੋ ਜਿਹੇ ਆਏ ਨੇ ਵਿੱਚ, ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਆਪਣਾ ਰਾਜ ਸਭਾ ਵਾਲਾ ਮੈਥਡ ਆ ਤੁਸੀਂ ਉਹੀ ਲਾ ਲਓ, ਪਰ ਆਪਣੇ ਜਿਹੜੇ ਕਨਸਟੀਟਿਊਸ਼ਨ ਦੇ ਵਿੱਚ ਇਹਨੂੰ ਅਡਾਪਟ ਨਹੀਂ ਕੀਤਾ ਗਿਆ। ਕਿਉਂਕਿ ਕਹਿੰਦੇ ਵੀ ਜਿਹੜੇ ਐਮਪੀ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਗਈ ਟੂ ਰਾਜ ਸਭਾ, ਇਹਨਾਂ ਦੇ ਮੁਕਾਬਲੇ ਐਮਪੀ ਦੀ ਜਿਹੜੀ ਗਿਣਤੀ ਆ ਲੋਕ ਸਭਾ ਦੇ ਵਿੱਚ ਆ ਗਈ, ਤਾਂ ਫਿਰ ਇਹਦੇ 'ਚ ਤਾਂ ਗਿਣਤੀ ਕਰਾਉਣੀ ਬਹੁਤ ਔਖੀ ਹੋ ਜਾਣੀ ਹੈ ਨਾ। ਤਾਂ ਕਰਕੇ ਬਾਕੀ ਕਹਿੰਦੇ ਆਪਣੇ ਲਿਟਰੇਸੀ ਘੱਟ, ਜਿਹੜਾ ਇਹ ਸਿਸਟਮ ਹੈ ਇਹ ਕੰਪਲੈਕਸ ਜਿਹਾ ਜ਼ਿਆਦਾ ਆ, ਤਾਂ ਕਰਕੇ ਵੀ ਇਹ ਸਮਝਣ ਦੇ ਵਿੱਚ ਵੀ ਜਿਹੜੀ ਉਹ ਦਿੱਕਤ ਆਊਗੀ, ਤਾਂ ਕਰਕੇ ਆਪਣੇ ਇਹ ਅਡੋਪਟ ਨਹੀਂ ਕੀਤਾ। ਬਾਕੀ ਇਹਦੇ ਡੀਮੈਟ ਹੋਰ ਵੀ ਹੈਗੇ ਨੇ, ਬਾਕੀ ਇਹਦੇ 'ਚ ਖਰਚਾ ਬਹੁਤ ਜ਼ਿਆਦਾ ਆ ਜਾਂਦਾ। ਤੇ ਬਾਕੀ ਜਿਹੜਾ ਆਪਾਂ ਪ੍ਰਤੀਨਿਧੀ ਚੁਣਦੇ ਆ, ਕਿੱਥੇ ਤੁਹਾਨੂੰ ਵੋਟਾਂ ਪਾ ਕੇ ਆਪਾਂ ਆਪ ਚੁਣਨਾ, ਕਿੱਥੋਂ ਇਨਡਾਇਰੈਕਟ ਤਰੀਕੇ ਨਾਲ ਚੁਣਿਆ ਜਾਣਾ, ਤਾਂ ਕਰਕੇ ਵੀ ਉਹਨਾਂ ਦੇ ਵਿੱਚ ਜਿਹੜਾ ਕੰਟੈਕਟ ਹੁੰਦਾ ਉਹ ਘੱਟ ਜਾਂਦਾ। ਬਾਕੀ ਇਹ 'ਚ ਗਰੁੱਪ ਇੰਟਰਸਟ ਆ ਜਿਹੜਾ ਉਹ ਜ਼ਿਆਦਾ ਪ੍ਰਮੋਟ ਹੁੰਦਾ, ਤੇ ਪਾਰਟੀ ਸਿਸਟਮ ਜ਼ਿਆਦਾ ਪ੍ਰਮੋਟ ਹੁੰਦਾ। ਸੋ ਦੈਟਸ ਵਾਈ ਅਸੀਂ ਇਹਨੂੰ ਅਡੋਪਟ ਨਹੀਂ ਕੀਤਾ ਹੋਇਆ ਲੋਕ ਸਭਾ ਦੇ ਵਿੱਚ। ਇੱਥੋਂ ਤੱਕ ਬਸ ਦੋ ਸਿਸਟਮ ਨੇ, ਲੋਕ ਸਭਾ ਦਾ ਅਲੱਗ ਆ, ਰਾਜ ਸਭਾ ਦਾ ਅਲੱਗ ਆ। ਜਿਹੜਾ ਲੋਕ ਸਭਾ 'ਚ ਚੱਲਦਾ ਉਹੀ ਆਪਣਾ ਵਿਧਾਨ ਸਭਾ 'ਚ ਚੱਲਦਾ, ਵਿਧਾਨ ਸਭਾ ਸਟੇਟ ਦੀ ਹੁੰਦੀ ਆ। ਜਿਹੜਾ ਆਪਣਾ ਰਾਜ ਸਭਾ ਦੇ ਵਿੱਚ ਚੱਲਦਾ ਉਹੀ ਆਪਣਾ ਵਿਧਾਨ ਪਰਿਸ਼ਦ ਦੇ ਵਿੱਚ ਚੱਲਦਾ, ਤੇ ਜਿਹੜਾ ਵਿਧਾਨ ਪਰਿਸ਼ਦ ਦੇ ਲਈ ਆ, ਰਾਜ ਸਭਾ ਦੇ ਲਈ ਆ, ਉਹੀ ਆਪਣਾ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੇ ਲਈ ਆ। ਬਾਕੀ ਆਪਣਾ ਸਾਰਾ ਸਿਸਟਮ ਸੇਮ ਹੀ ਆ। ਇੱਥੋਂ ਤੱਕ ਕਲੀਅਰ ਆ। ਤਾਂ ਹੁਣ ਆਪਾਂ ਦੇਖਦੇ ਹਾਂ ਵੀ ਲੋਕ ਸਭਾ ਦਾ ਜਿਹੜਾ ਡਿਊਰੇਸ਼ਨ ਹੁੰਦਾ, ਲੋਕ ਸਭਾ ਦਾ ਡਿਊਰੇਸ਼ਨ ਦੇਖੋ, ਵੈਸੇ ਤਾਂ ਇਹ 5 ਈਅਰ ਆ ਨਾ, ਠੀਕ ਆ, ਤੇ ਪੱਕਾ ਨਹੀਂ ਹੁੰਦਾ ਇਹ, ਕਿਉਂਕਿ ਰਾਸ਼ਟਰਪਤੀ ਇਹਨੂੰ ਕਦੇ ਵੀ ਡਿਜ਼ੋਲਵ ਕਰ ਸਕਦੇ ਨੇ, ਠੀਕ ਆ। ਬਾਕੀ ਜਦੋਂ ਫਿਰ ਇਹ ਕਰਤਾ ਤਾਂ ਉਹਨੂੰ ਐਨੀ ਟਾਈਮ ਡਿਜ਼ੋਲਵ ਕਰਤਾ ਰਾਸ਼ਟਰਪਤੀ ਜੀ ਨੇ, ਤਾਂ ਫਿਰ ਇਹਦੇ ਵਿੱਚ ਕਿਸੇ ਕੋਰਟ ਦੇ ਵਿੱਚ ਇਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ, ਕਿਸੇ ਕੋਰਟ ਦੇ ਵਿੱਚ ਆਪਾਂ ਚੈਲੰਜ ਨਹੀਂ ਕਰ ਸਕਦੇ। ਔਰ ਇੱਥੇ ਇੱਕ ਚੀਜ਼ ਧਿਆਨ 'ਚ ਰੱਖਿਓ ਤੁਸੀਂ, ਪੁਆਇੰਟ ਆ ਵੀ ਜਦੋਂ ਨੈਸ਼ਨਲ ਐਮਰਜੈਂਸੀ ਲੱਗੀ ਹੋਵੇ, ਨੈਸ਼ਨਲ ਐਮਰਜੈਂਸੀ ਲੱਗੀ ਆ ਆਪਣੇ ਸਟੇਟ ਦੇ ਵਿੱਚ, ਤਾਂ ਜਿਹੜੀ ਇਹਦੀ ਟਰਮ ਆ ਨਾ ਇਹ ਐਕਸਟੈਂਡ ਕੀਤੀ ਜਾ ਸਕਦੀ ਹੈ 1 ਸਾਲ ਦੇ ਲਈ, ਇੱਕ ਸਾਲ ਕਰਕੇ ਵਧਾਈ ਜਾ ਸਕਦੀ ਹੈ ਅੱਗੇ, ਠੀਕ ਆ। ਤਾਂ ਹੁਣ ਜਿਹਦੀਆਂ ਜੇ ਡਿਸਕੁਆਲੀਫਿਕੇਸ਼ਨ ਦੀ ਗੱਲ ਕਰੀਏ ਆਪਾਂ, ਡਿਸਕੁਆਲੀਫਿਕੇਸ਼ਨ ਕੀ ਨੇ,
ਵੀ ਜੇ ਤਾਂ ਉਹ ਸੰਵਿਧਾਨ ਵਾਲੀ ਆਪਣਾ ਇਹਦੇ 'ਚ ਸੰਵਿਧਾਨ 'ਚ ਕੀ ਨੇ ਆਪਣੀਆਂ ਤੇ ਆਫਿਸ ਪ੍ਰੋਫਿਟ ਤੇ ਨਾ ਹੋਵੇ, ਉਹ ਅਨਸਾਊਂਡ ਅਮਾਊਂਟ ਤਾਂ ਵੀ ਉਹਨੂੰ ਆਪਾਂ ਕੋਰਟ ਡਿਕਲੇਅਰ ਕੀਤੀ ਹੋਵੇ ਤਾਂ ਵੀ ਉਹ ਜੋ ਡਿਸਕੁਆਲੀਫਾਈ ਹੁੰਦਾ ਉਹ, ਠੀਕ ਆ। ਜੇ ਸਿਟੀਜ਼ਨ ਨਹੀਂ ਹੈਗਾ ਭਾਰਤ ਦਾ ਤਾਂ ਵੀ ਇਹ ਚੀਜ਼ਾਂ ਹੁੰਦੀਆਂ ਨੇ। ਪਰ ਇਹ ਤਾਂ ਆਪਣੇ ਸੰਵਿਧਾਨ ਦੇ ਵਿੱਚ ਹੀ ਦੱਸੀਆਂ ਹੋਈਆਂ ਨੇ। ਪਰ ਜਿਹੜਾ 1951 ਦਾ ਆਪਣਾ ਐਕਟ ਸੀਗਾ, 1951 ਦਾ ਆਪਣਾ ਐਕਟ ਆ, ਇਹਦਾ ਜਿਹੜਾ ਰੀਪ੍ਰਜੈਂਟੇਸ਼ਨ ਐਕਟ ਆਪਣਾ, ਉਹਦੇ 'ਚ ਇਹਨਾਂ ਨੇ ਹੋਰ ਵੀ ਕਹੀਆਂ ਹੋਈਆਂ ਨੇ ਵੀ ਕਹਿੰਦੇ ਵੀ ਕਿਸੇ ਜੁਰਮ ਦੇ ਵਿੱਚ, ਕਿਸੇ ਜੁਰਮ ਦੇ ਵਿੱਚ 2 ਸਾਲ ਤੋਂ ਜ਼ਿਆਦਾ ਜੇਲ੍ਹ ਨਾ ਹੋਵੇ। ਉਲਟਾ ਹੀ ਲਿਖਤਾ, 2 ਸਾਲ ਤੋਂ ਜ਼ਿਆਦਾ ਜੇਲ੍ਹ ਨਾ ਹੋਈ ਹੋਵੇ, ਠੀਕ ਆ। ਇੱਕ ਤਾਂ ਇਹ ਸੰਵਿਧਾਨ 'ਚ ਨਹੀਂ ਹੈਗਾ, ਇਹ ਆਪਣਾ 1951 ਵਾਲਾ ਜਿਹੜਾ ਐਕਟ ਆ ਨਾ ਉਹਦੇ 'ਚ ਨੇ ਇਹ ਚੀਜ਼ਾਂ। ਬਾਕੀ ਕਿਸੇ ਉਹ ਕੰਪਨੀ ਦਾ, ਉਹ ਕਿਸੇ ਅਜਿਹੀ ਕੰਪਨੀ ਦਾ ਡਾਇਰੈਕਟਰ ਜਾਂ ਏਜੰਟ ਨਾ ਹੋਵੇ ਜਿਸ ਦੇ ਘੱਟੋ ਘੱਟ, ਮੈਂ ਘੱਟ ਲਿਖਿਆ, ਘੱਟੋ ਘੱਟ 25% ਜਿਹੜੇ ਸ਼ੇਅਰ ਨੇ ਉਹ ਗਵਰਨਮੈਂਟ ਕੋਲ ਹੋਣ। ਮਤਲਬ ਇਹੋ ਜਿਹੀ ਕੰਪਨੀ ਦਾ ਕਿਸੇ ਦਾ ਉਹ ਕੀ ਨਹੀਂ ਹੋਣਾ ਚਾਹੀਦਾ, ਏਜੰਟ ਜਾਂ ਡਾਇਰੈਕਟਰ ਨਹੀਂ ਹੋਣਾ ਚਾਹੀਦਾ ਵੀ ਜਿਹੜੀ ਕੰਪਨੀ ਦੇ ਜਿਹੜੇ 25% ਸ਼ੇਅਰ ਨੇ ਉਹ ਗਵਰਨਮੈਂਟ ਦੇ ਕੋਲ ਹੋਣ, ਠੀਕ ਆ। ਤੇ ਬਾਕੀ ਸਰਕਾਰੀ ਜੌਬ ਤੇ ਨਹੀਂ ਹੋਣਾ ਚਾਹੀਦਾ ਜਾਂ ਉੱਥੋਂ ਡਿਸਮਿਸ ਨਹੀਂ ਹੋਇਆ ਹੋਣਾ ਚਾਹੀਦਾ। ਬਾਕੀ ਕਿਸੇ ਦਹੇਜ ਰਿਸ਼ਵਤ ਕੇਸਾਂ ਦੇ ਵਿੱਚ ਉਹ ਨਾ ਹੋਇਆ ਹੋਵੇ। ਇੱਥੋਂ ਤੱਕ ਕਲੀਅਰ ਆ। ਹੁਣ ਆਪਾਂ ਇੱਕ ਗੱਲ ਕਰਦੇ ਹਾਂ ਵੀ ਉਹਨਾਂ ਨੂੰ ਹੋਰ ਕਿਵੇਂ ਹਟਾਇਆ ਜਾ ਸਕਦਾ। ਇੱਕ ਇਹਦੇ 'ਚ ਟਰਮ ਹੁੰਦੀ ਹੈ ਐਂਟੀ ਡਿਫੈਕਸ਼ਨ ਲਾਅ ਦੀ। ਵੈਸੇ ਇਹਨੂੰ ਆਪਾਂ ਐਂਟੀ ਡਿਫੈਕਸ਼ਨ ਲਾਅ ਨੂੰ ਤਾਂ ਆਪਾਂ ਇੱਕ ਅਲੱਗ ਸੈਪਰੇਟ ਇਹਦੇ ਆਪਾਂ ਲੈਕਚਰ ਲਵਾਂਗੇ ਐਂਟੀ ਡਿਫੈਕਸ਼ਨ ਲਾਅ 'ਤੇ, ਪਰ ਇੱਥੇ ਆਪਣਾ ਜਿੰਨਾ ਕੁ ਕੰਮ ਦਾ ਹੈਗਾ ਤੁਸੀਂ ਉਹਨੂੰ ਧਿਆਨ ਦੇ ਵਿੱਚ ਰੱਖੋ। ਐਂਟੀ ਡਿਫੈਕਸ਼ਨ ਲਾਅ ਇਹਦੇ 'ਚ ਕੀ ਹੁੰਦਾ, ਇਹ ਆਪਣਾ ਯਾਦ ਰੱਖਿਓ ਵੀ 10ਵੀਂ ਸ਼ਡਿਊਲ ਦੇ ਵਿੱਚ, 10ਵੀਂ ਅਨੁਸੂਚੀ 'ਚ ਆ ਐਂਟੀ ਡਿਫੈਕਸ਼ਨ ਲਾਅ। ਤਾਂ ਹੁਣ ਇਹਦੇ 'ਚ ਧਿਆਨ ਰੱਖਿਓ ਵੀ ਇਹ ਡਿਸਾਈਡ ਕੌਣ ਕਰਦਾ। ਐਂਟੀ ਡਿਫੈਕਸ਼ਨ ਲਾਅ ਆ ਜਿਹੜਾ, ਇਹਨੂੰ ਡਿਸਾਈਡ ਕੌਣ ਕਰਦਾ। ਜੇ ਤਾਂ ਲੋਕ ਸਭਾ ਦਾ ਕੇਸ ਆ, ਹੁੰਦਾ ਦੋਨਾਂ 'ਚ ਹੀ ਆ। ਲੋਕ ਸਭਾ ਦੇ ਵਿੱਚ ਲੋਕ ਸਭਾ ਦਾ ਸਪੀਕਰ ਕਰਦਾ, ਰਾਜ ਸਭਾ ਦੇ ਵਿੱਚ ਚੇਅਰਮੈਨ ਕਿ ਆਪਣੇ ਵਾਈਸ ਪ੍ਰੈਜ਼ੀਡੈਂਟ ਜੀ। ਤਾਂ ਤੁਸੀਂ ਇੱਥੇ ਵਾਈਸ ਪ੍ਰੈਜ਼ੀਡੈਂਟ ਨਹੀਂ ਕਹਿਣਾ ਕਿਉਂਕਿ ਆਪਾਂ ਲੋਕ ਸਭਾ ਦੀ ਉਹਦੀ ਗੱਲ ਕਰ ਰਹੇ ਹਾਂ, ਤਾਂ ਇੱਥੇ ਤੁਸੀਂ ਚੇਅਰਪਰਸਨ ਹੀ ਕਹਿਣਾ ਰਾਜ ਸਭਾ ਦਾ। ਕਲੀਅਰ ਆ। ਇਹ ਹੁੰਦਾ ਕਦੋਂ ਆ ਵੀ ਜੋ ਇਹ ਲਾਉਂਦੇ ਕਦੋਂ ਨੇ, ਜਦੋਂ ਤਾਂ ਕੋਈ ਮੈਂਬਰਸ਼ਿਪ ਛੱਡ ਦੇ। ਜਿਵੇਂ ਮਤਲਬ ਕਿ ਕੋਈ ਬੀਜੇਪੀ ਪਾਰਟੀ ਤੋਂ ਚੁਣ ਕੇ ਆਇਆ, ਇਹਨੇ ਟਿਕਟ ਦਿੱਤੀ ਇਹਨੂੰ, ਪਰ ਇਹ ਇੱਥੇ ਆ ਕੇ ਇਹਦੀ ਸੀਟ ਜਿੱਤ ਕੇ ਆ ਗਿਆ ਤੇ ਇੱਥੇ ਇਹ ਹੁਣ ਪਾਰਟੀ ਛੱਡ ਰਿਹਾ, ਤਾਂ ਲੱਗੂਗਾ ਐਂਟੀ ਡਿਫੈਕਸ਼ਨ ਲਾਅ। ਤੇ ਫਿਰ ਇਹ ਤੋਂ ਬਾਅਦ ਹੁੰਦਾ ਕੋਈ ਆਜ਼ਾਦ ਖੜਾ ਸੀ ਤੇ ਉਹ ਜਦੋਂ ਜਿੱਤ ਗਿਆ ਉਹ ਕਿਸੇ ਪਾਰਟੀ ਨੂੰ ਜੁਆਇਨ ਕਰ ਲਿਆ, ਉਹਦੇ ਤੇ ਵੀ ਲਾ ਦਿੰਦੇ ਨੇ। ਫਿਰ ਇਹ ਤੋਂ ਬਾਅਦ ਕੋਈ ਨੋਮੀਨੇਟਡ ਮੈਂਬਰ ਸੀਗਾ, ਨੋਮੀਨੇਟਡ ਮੈਂਬਰ ਆ ਕੋਈ, ਠੀਕ ਆ, ਮਨੋਨੀਤ ਮੈਂਬਰ ਆ। ਜਦੋਂ ਇਹ ਚੁਣਿਆ ਗਿਆ ਤਾਂ 6 ਮਹੀਨੇ ਤੱਕ, ਮਹੀਨੇ ਤੋਂ ਬਾਅਦ ਇਹ ਕਿਸੇ ਪਾਰਟੀ ਨੂੰ ਜੁਆਇਨ ਕਰੂਗਾ ਤਾਂ ਇਹਦੇ ਤੇ ਵੀ ਲੱਗੂਗਾ ਐਂਟੀ ਡਿਫੈਕਸ਼ਨ ਲਾਅ। ਆਹ ਤਾਂ ਕਲੀਅਰ ਆ। ਪਰ ਇਹਦੇ ਨਾਲ ਫਿਰ ਇਹ ਸੁਪਰੀਮ ਕੋਰਟ ਕਹਿੰਦੀ ਵੀ ਇਹ ਤਾਂ ਮਨਮਰਜ਼ੀ ਵੀ ਹੋ ਸਕਦੀ ਹੈ। ਤਾਂ ਸੁਪਰੀਮ ਕੋਰਟ ਨੇ 1992 ਦੇ ਵਿੱਚ ਇੱਕ ਕਿਹਾ, ਕਹਿੰਦੇ ਵੀ ਜਿਹੜਾ ਵੀ ਇਹ ਕਰਦੇ ਨੇ ਤਾਂ ਇਹ ਵੀ ਸਾਡੇ ਜੁਡੀਸ਼ੀਅਲ ਰਿਵਿਊ ਦੇ ਵਿੱਚ ਆਏਗਾ। ਬਸ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਜਿਹੜਾ ਐਂਟੀ ਡਿਫੈਕਸ਼ਨ ਲਾਅ ਆ ਤਾਂ ਉਹ ਜੁਡੀਸ਼ੀਅਲ ਰਿਵਿਊ ਦੇ ਵਿੱਚ ਆਉਂਦਾ। ਪਤਾ ਲੱਗ ਗਿਆ ਨਾ ਵੀ ਉਹਨੂੰ ਦੋ ਦੇਖ ਸਕਦੀ ਆ ਕਿ ਜੁਡੀਸ਼ਰੀ। ਤਾਂ ਇਹ 1992 ਤੋਂ ਬਾਅਦ ਉਹਨਾਂ ਨੇ ਕਿਹਾ ਸੀ। ਤੇ ਜਿਹੜਾ ਐਂਟੀ ਡਿਫੈਕਸ਼ਨ ਲਾਅ ਆ ਉਹ ਕਿਹਨਾਂ 'ਤੇ ਲੱਗਦਾ ਆਪਾਂ ਹੁਣ ਤੁਹਾਨੂੰ ਦੱਸਤਾ। ਬਾਕੀ ਜਿਹੜਾ ਐਂਟੀ ਡਿਫੈਕਸ਼ਨ ਲਾਅ ਹੁੰਦਾ ਨਾ, ਇਹ ਮਤਲਬ ਐਵੇਂ ਵੀ ਆ ਕਦੋਂ ਨਹੀਂ ਲੱਗਦਾ। ਹੁਣ ਜਿਵੇਂ ਮੰਨ ਲਓ ਕੋਈ ਪਾਰਟੀ ਆ, ਉਹਦੇ 'ਚ 15 ਜਣੇ ਨੇ ਟੋਟਲ, ਠੀਕ ਆ। ਕੋਈ ਪਾਰਟੀ ਆ ਉਹਦੇ 'ਚ 15 ਮੈਂਬਰ ਨੇ, ਤਾਂ ਉਹਦੇ ਵਿੱਚੋਂ ਇਹਦਾ 2/3 ਦੇਖ ਲਓ, 2/3 2 ਕੱਢ ਲਓ, 5 10। ਜੇ ਇਹਦੇ ਵਿੱਚੋਂ 10 ਜਣੇ ਪਾਰਟੀ ਛੱਡ ਕੇ ਜਾ ਰਹੇ ਨੇ ਤਾਂ ਫਿਰ ਐਂਟੀ ਡਿਫੈਕਸ਼ਨ ਲਾਅ ਨਹੀਂ ਲੱਗੂਗਾ। ਜੇ 10 ਤੋਂ ਘੱਟ, ਜੇ ਘੱਟ 9 ਆ ਚਾਹੇ 8 ਸਾਰੇ ਜਾਣ, ਇਹਨਾਂ ਸਾਰਿਆਂ 'ਤੇ ਐਂਟੀ ਡਿਫੈਕਸ਼ਨ ਲਾਅ ਲੱਗੂਗਾ। ਕਹਿਣ ਤੋਂ ਭਾਵ ਅੱਧ ਤੋਂ ਜ਼ਿਆਦਾ ਹੋ ਗਏ ਬੰਦੇ ਜਦੋਂ ਜਾਣਗੇ ਤਾਂ 2/3 ਹਿੱਸਾ ਉਹਦਾ ਜਿਹੜਾ, ਜੇ ਉਹ ਛੱਡ ਕੇ ਜਾਂਦੇ ਆ ਤਾਂ ਫਿਰ ਇਦੋਂ ਬਾਅਦ ਐਂਟੀ ਡਿਫੈਕਸ਼ਨ ਲਾਅ ਨਹੀਂ ਲੱਗਦਾ। ਅਗਰ 2/3 ਤੋਂ ਘੱਟ ਹਿੱਸਾ ਕੋਈ ਵੀ ਉਹ ਪਾਰਟੀ ਨੂੰ ਛੱਡ ਕੇ ਕਿਤੇ ਹੋਰ ਜਾ ਰਿਹਾ, ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰੂਗਾ, ਦੈਨ ਉਹਨਾਂ 'ਤੇ ਅਪਲਾਈ ਹੋ ਜਾਂਦਾ ਐਂਟੀ ਡਿਫੈਕਸ਼ਨ ਲਾਅ, ਠੀਕ ਆ। ਤਾਂ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਵੀ ਇਹਨਾਂ ਦੇ ਕੋਲੇ ਕੀ ਇਹ ਦੂਰੀ ਮੈਂਬਰਸ਼ਿਪ ਰੱਖ ਸਕਦੇ ਆ। ਤਾਂ ਦੂਰੀ ਮੈਂਬਰਸ਼ਿਪ ਆ ਜਿਹੜੀ ਉਹ ਰੱਖ ਸਕਦੇ ਆ। ਤਾਂ ਦੇਖੋ ਪਹਿਲੀ ਗੱਲ ਸਿੱਧਾ ਸਾਫ਼ ਤੌਰ 'ਤੇ ਇਹ ਰੱਖ ਨਹੀਂ ਸਕਦੇ, ਠੀਕ ਆ। ਦੂਰੀ ਮੈਂਬਰਸ਼ਿਪ ਇਹ ਰੱਖ ਨਹੀਂ ਸਕਦੇ। ਬਾਕੀ ਜਿਹੜਾ ਆਪਣਾ ਰੀਪ੍ਰਜੈਂਟੇਸ਼ਨ ਐਕਟ 1951 ਨਾ, ਮੈਨੂੰ 1951 ਦਾ ਐਕਟ ਹੀ ਬੋਲੂ, ਆਪਣਾ ਰੀਪ੍ਰਜੈਂਟੇਸ਼ਨ ਐਕਟ ਆ, ਤਾਂ ਇਹ ਕਹਿੰਦਾ ਵੀ ਜਦੋਂ ਉਹਨੂੰ 10 ਦਿਨਾਂ ਦੇ ਵਿੱਚ ਦੱਸਣਾ ਪਊਗਾ, 10 ਦਿਨਾਂ 'ਚ ਦੱਸਣਾ ਪਊਗਾ, 10 ਦਿਨ ਦਾ ਟਾਈਮ ਆ, 10 ਦਿਨਾਂ ਦੇ ਵਿੱਚ ਦੱਸਣਾ ਪਊਗਾ ਵੀ ਕਿਹੜੀ ਰੱਖਣੀ ਆ, ਠੀਕ ਆ।
ਜੇ ਮਤਲਬ ਨਹੀਂ ਵੀ ਦੱਸਦਾ ਤਾਂ ਜਿਹੜੀ ਆਪਣੇ ਆਪ ਖਤਮ ਕਰਦੇ ਆ ਉਹ, ਜਿਹੜੇ ਆਪਣੇ ਆਪ ਖਤਮ ਕਰਦੇ ਆ, ਜਾਂ ਜਿਹੜੀ ਬਾਏ ਡਿਫਾਲਟ ਜਿਹੜੀ ਖਤਮ ਹੁੰਦੀ ਆ ਉਹ ਆਪਣੀ ਰਾਜ ਸਭਾ ਦੀ ਹੋ ਜਾਂਦੀ ਆ। ਜੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚੋਂ ਦੋਨਾਂ ਦੇ ਵਿੱਚੋਂ ਉਹ ਜਿੱਤ ਜਾਂਦਾ ਜਾਂ ਚੁਣਿਆ ਜਾਂਦਾ ਤਾਂ ਉਹਨੂੰ 10 ਦਿਨ ਦਾ ਟਾਈਮ ਹੁੰਦਾ ਉਹਦੇ ਕੋਲੇ, ਉਹਨੇ ਦੱਸਣਾ ਹੁੰਦਾ ਵੀ ਲੋਕ ਸਭਾ ਜਾਂ ਰਾਜ ਸਭਾ। ਜੇ ਮਤਲਬ ਉਹਨਾਂ ਦੇ ਵਿੱਚੋਂ ਕੋਈ ਨਹੀਂ ਦੱਸਦਾ ਤਾਂ ਰਾਜ ਸਭਾ ਵਾਲੀ ਆ ਜਿਹੜੀ ਉਹ ਆਟੋਮੈਟਿਕਲੀ ਕੀ ਕਰ ਦਿੰਦੇ ਆ, ਖਤਮ ਕਰ ਦਿੰਦੇ ਆ। ਬਾਕੀ ਜੇ ਉਹ ਪਹਿਲੇ ਦੇ ਵਿੱਚ ਸਿਟਿੰਗ ਦੇ ਦੂਸਰੇ ਦੇ ਚੁਣਿਆ ਜਾਂਦਾ ਤਾਂ ਪਹਿਲੀ ਖਤਮ ਕਰ ਦਿੰਦੇ ਆ, ਜੋ ਉਧਰ ਸਿਟਿੰਗ 'ਚ ਆ ਤਾਂ ਪਹਿਲੀ ਖਤਮ ਹੋ ਜਾਂਦੀ ਆ। ਆ ਤਾਂ ਤੁਹਾਨੂੰ ਕਲੀਅਰ ਹੋ ਗਿਆ। ਬਾਕੀ ਉਹੀ ਟਾਈਮ ਤੇ ਸੇਮ ਟਾਈਮ ਤੇ ਕਿਸੇ ਰਾਜ ਦੀ ਵਿਧਾਨ ਸਭਾ ਪਰਿਸ਼ਦ ਜਾਂ ਲੈਜਿਸਲੇਚਰ ਕੋਈ ਵੀ ਆ ਤੇ ਔਰ ਆਪਣੀ ਸੰਸਦ ਦਾ ਦੋਨਾਂ ਦਾ ਉਹ ਮੈਂਬਰ ਨਹੀਂ ਹੋ ਸਕਦਾ। ਇੱਕ ਟਾਈਮ ਤੇ ਦੋਨਾਂ ਦਾ ਮੈਂਬਰ ਉਹ ਨਹੀਂ ਬਣ ਸਕਦਾ। ਤੇ ਰਹੀ ਗੱਲ ਅਸਤੀਫੇ ਦੀ, ਅਸਤੀਫਾ ਲੋਕ ਸਭਾ ਸਪੀਕਰ ਅੱਜ ਚੇਅਰਮੈਨ, ਮਤਲਬ ਜੇ ਕਾਰਨ ਖਾਸ ਨਾ ਲੱਗੇ ਤਾਂ ਇਹਨਾਂ ਦਾ ਇਗਨੋਰ ਕਰ ਸਕਦੇ ਆ। ਕੋਈ ਵੀ ਐਮਪੀ ਆ ਉਹ ਅਸਤੀਫਾ ਦੇਊਗਾ ਤਾਂ ਲੋਕ ਸਭਾ ਦੇ ਵਿੱਚ ਅਸਤੀਫਾ ਸਪੀਕਰ ਕੋਲ ਜਾਊਗਾ, ਰਾਜ ਸਭਾ ਦੇ ਵਿੱਚ ਚੇਅਰਮੈਨ ਕੋਲ ਜਾਊਗਾ। ਜੇ ਇਹਨਾਂ ਨੂੰ ਕੋਈ ਕਾਰਨ ਜੈਨੂਅਨ ਜਾਂ ਨਹੀਂ ਲੱਗਦਾ ਦੈਨ ਇਹ ਅਸਤੀਫਾ ਉਹਨਾਂ ਦਾ ਇਗਨੋਰ ਕਰ ਸਕਦੇ ਆ। ਠੀਕ ਆ। ਤੇ ਇੱਕ ਬਾਕੀ ਇਹ ਵੀ ਆ ਵੀ ਲੈਜਿਸਲੇਚਰ ਰਾਜ ਦੀ ਤੇ ਪਾਰਲੀਮੈਂਟ ਦਾ ਮੈਂਬਰ ਉਹ ਇੱਕ ਟਾਈਮ ਤੇ ਨਹੀਂ ਬਣ ਸਕਦਾ। ਜੇ 14 ਦਿਨਾਂ 'ਚ ਰਾਜ ਦੀ ਵਿਧਾਨ ਸਭਾ ਦੇ ਵਿੱਚ ਅਸਤੀਫਾ ਨਾ ਦੇਵੇ, ਜਿਹੜਾ ਆਪਾਂ ਕਿਹਾ ਸੀ ਨਾ ਵੀ ਸੇਮ ਟਾਈਮ ਤੇ, ਇੱਥੇ ਆਪਾਂ ਗੱਲ ਕਰੀ ਸੀ ਵੀ ਸੇਮ ਟਾਈਮ ਤੇ ਦੇਖੋ ਸੇਮ ਟਾਈਮ ਤੇ ਵੀ ਉਹ ਮੈਂਬਰ ਬਣ ਸਕਦਾ। ਤਾਂ ਦੇਖੋ ਜੇ ਉਹ ਮਤਲਬ ਮੰਨ ਲਓ ਵੀ ਇੱਥੇ ਆਪਣਾ ਲੋਕ ਸਭਾ ਦਾ ਵੀ ਬਣ ਗਿਆ, ਇੱਥੇ ਆਪਣੀ ਪੰਜਾਬ ਦੀ ਵਿਧਾਨ ਸਭਾ ਦਾ ਵੀ ਬਣ ਗਿਆ, ਠੀਕ ਆ, ਦੋਨਾਂ ਦਾ ਬਣ ਗਿਆ, ਤਾਂ ਇੱਥੇ ਉਹਦੇ ਕੋਲੇ 14 ਦਿਨ ਦਾ ਸਮਾਂ ਹੁੰਦਾ, 14 ਦਿਨ ਦਾ ਟਾਈਮ ਆ। ਤਾਂ ਉਹਨੇ 14 ਦਿਨਾਂ 'ਚ ਰਾਜ ਦੀ ਵਿਧਾਨ ਸਭਾ 'ਚ ਅਸਤੀਫਾ ਨਾ ਦਿੱਤਾ, ਜੇ ਉਹਨੇ ਇਹਦੇ 'ਚ ਅਸਤੀਫਾ ਨਾ ਦਿੱਤਾ ਦੈਨ ਉਹਦੀ ਲੋਕ ਸਭਾ ਦੀ ਸੀਟ ਆ ਉਹ ਆਟੋਮੈਟਿਕਲੀ ਕੱਟ ਕਰ ਦਿੱਤੀ ਜਾਊਗੀ। ਇਹਦੇ 'ਚ 14 ਦਿਨ ਦਾ, ਉੱਪਰੋਂ ਲੋਕ ਸਭਾ ਤੇ ਰਾਜ ਸਭਾ ਦੇ ਕੇਸ ਦੇ ਵਿੱਚ 10 ਦਿਨ ਦਾ ਸਮਾਂ ਗਾ। ਇੱਥੋਂ ਤੱਕ ਕਲੀਅਰ ਆ। ਤਾਂ ਅੱਗੇ ਦੇਖੋ ਆਪਾਂ ਜੇ ਇਹਦੇ 'ਚ ਦੇਖੀਏ ਵੀ ਐਬਸੈਂਸ, ਗੈਰ ਹਾਜ਼ਰੀ, ਜੇ ਲਗਾਤਾਰ 2 ਮਹੀਨੇ ਜਾਂ 60 ਦਿਨ ਬਿਨਾਂ ਪਰਮਿਸ਼ਨ ਤੋਂ ਗੈਰ ਹਾਜ਼ਰ ਰਹਿੰਦਾ ਤਾਂ ਵੀ ਉਹਨੂੰ ਮਤਲਬ ਕਿ ਉੱਥੋਂ ਕੱਢਿਆ ਜਾ ਸਕਦਾ। ਠੀਕ ਆ। ਜੇ ਸਪੀਕਰ ਨੂੰ ਹਟਾਉਣ ਦੇ ਲਈ ਰੈਜੋਲੂਸ਼ਨ ਲੈ ਕੇ ਆਉਣਾ ਤਾਂ ਐਟਲੀਸਟ 50 ਮੈਂਬਰ ਦੀ ਸਪੋਰਟ ਚਾਹੀਦੀ ਆ ਤੇ ਸਪੈਸ਼ਲ ਮੈਜੋਰਟੀ ਚਾਹੀਦੀ ਆ, ਤੇ ਉਹਦੇ 'ਚ ਇਹ ਸਿਟਿੰਗ ਨਹੀਂ ਕਰ ਸਕਦੇ, ਵੋਟਿੰਗ ਨਹੀਂ ਕਰ ਸਕਦੇ। ਹੋਰ ਕੇਸ ਕਿਹੜੇ ਨੇ ਵੀ ਜਦੋਂ ਇਹ ਐਮਪੀ ਨੇ ਜਿਹੜੇ ਉੱਥੋਂ ਮਤਲਬ ਕਿ ਹਟਾਏ ਜਾ ਸਕਦੇ ਆ ਜਾਂ ਕਿਵੇਂ ਕੀ ਹੁੰਦਾ, ਜੇ ਵੋਟਾਂ ਨੂੰ ਵੋਇਡ ਕਰਦੇ ਕੋਰਟ, ਤਾਂ ਇਹ ਰਾਈਟ ਕਿਹਦੇ ਕੋਲੇ ਹੁੰਦਾ, ਇਹ ਹਾਈ ਕੋਰਟ ਕੋਲੇ। ਠੀਕ ਆ। ਤਾਂ ਇਹਨੂੰ 1951 ਵਾਲਾ ਐਕਟ ਆ ਜਿਹੜਾ ਉਹਨੇ ਹਾਈ ਕੋਰਟ ਨੂੰ ਰਾਈਟ ਦਿੱਤਾ ਵਾ ਵੀ ਜੇ ਮਤਲਬ ਕਿ ਕੋਈ ਗਲਤ ਬੰਦਾ ਚੁਣਿਆ ਜਾਂਦਾ, ਡਿਸਕੁਆਲੀਫਾਈਡ ਮੈਂਬਰ ਚੁਣਿਆ ਜਾਂਦਾ ਤਾਂ ਹਾਈ ਕੋਰਟ ਹੁੰਦੀ ਹੈ ਕਿਸੇ ਵੀ ਸਟੇਟ ਦੀ ਜਿੱਥੇ ਵੋਟਾਂ ਪਈਆਂ ਨੇ, ਤਾਂ ਉਹ ਉਹਨੂੰ ਚੋਣਾਂ ਨੂੰ ਵੋਇਡ ਕਰ ਸਕਦੀ ਆ। ਪਰ ਇੱਥੇ ਇਹਨੂੰ ਅਪੀਲ ਆਪਾਂ ਕਰ ਸਕਦੇ ਹਾਂ ਸੁਪਰੀਮ ਕੋਰਟ ਦੇ ਵਿੱਚ, ਇਹ ਆਪਣੇ ਕੋਲੇ ਆਪਸ਼ਨ ਹੁੰਦੀ ਆ। ਜਾਂ ਫਿਰ ਕੋਈ ਹਾਊਸ ਆ ਉਹਨੂੰ ਮਤਲਬ ਕਿ ਐਕਸਪੈਲ ਕੱਢਦੇ ਉੱਥੋਂ, ਜਾਂ ਫਿਰ ਇਦੋਂ ਬਾਅਦ ਕੋਈ ਬੰਦਾ ਸੀਗਾ ਉਹ ਪਹਿਲਾਂ ਐਮਪੀ ਚੁਣਿਆ ਗਿਆ, ਫਿਰ ਉਹ ਬਾਅਦ ਦੇ ਵਿੱਚ ਰਾਸ਼ਟਰਪਤੀ ਚੁਣਿਆ ਗਿਆ, ਜਾਂ ਫਿਰ ਉਹ ਆਪਣਾ ਵਾਈਸ ਪ੍ਰੈਜ਼ੀਡੈਂਟ ਬਣ ਗਿਆ, ਤਾਂ ਫਿਰ ਉਦੋਂ ਵੀ ਇਹਨੂੰ ਛੱਡਣਾ ਪਊਗਾ। ਜਾਂ ਫਿਰ ਉਹ ਚੁਣਿਆ ਜਾਵੇ ਗਵਰਨਰ। ਇਹ ਚੀਜ਼ਾਂ ਹੁੰਦੀਆਂ ਵੀ ਜਦੋਂ ਉਹਨੂੰ ਫਿਰ ਇਦੋਂ ਬਾਅਦ ਉਹਨੂੰ ਛੱਡਣਾ ਪੈਂਦਾ, ਤਾਂ ਆਹ ਚੀਜ਼ਾਂ ਦੇ ਉੱਤੇ ਜਿਹੜੀ ਇਹ ਵੈਕੈਂਟ ਹੋ ਸਕਦੀ ਆ। ਤਾਂ ਇੱਥੋਂ ਤੱਕ ਆਪਾਂ ਗੱਲ ਕਰੀ ਸੀ। ਹੁਣ ਆਪਾਂ ਕੱਲ੍ਹ ਨੂੰ ਗੱਲ ਕਰਨੀ ਆ। ਪਹਿਲਾਂ ਤੁਹਾਨੂੰ ਇੰਨਾ ਤਾਂ ਲੋਕ ਸਭਾ ਦੇ ਬਾਰੇ ਜਿਹੜੇ ਬੇਸਿਕ ਪੁਆਇੰਟ ਸੀ ਇਹਦੇ ਬਾਰੇ ਤਾਂ ਹੁਣ ਤੁਹਾਨੂੰ ਆਈਡੀਆ ਹੋ ਗਿਆ ਹੋਊਗਾ ਵੀ ਇਹਦੇ ਵਿੱਚੋਂ ਤੁਸੀਂ ਨਹੀਂ ਫਸਦੇ। ਤਾਂ ਆਪਣੇ ਡਿਪਟੀ ਸਪੀਕਰ ਆ ਜਿਹੜਾ ਲੋਕ ਸਭਾ ਆਰਟੀਕਲ 93 ਦੇ ਵਿੱਚ ਸੀਗਾ, ਤਾਂ ਇਹ ਆਪਾਂ ਗੱਲ ਕਰ ਲਈ ਵੀ ਹੁਣ ਵਿਰੋਧੀ ਪਾਰਟੀ ਦਾ ਹੁੰਦਾ, ਪਹਿਲਾਂ ਇਹ ਇੱਕ ਪਾਰਟੀ ਦਾ ਹੀ ਚੱਲਦਾ ਸੀਗਾ। ਤੇ ਆਪਣੇ ਹੁਣ 2019 ਦੇ ਵਿੱਚ ਜਿਹੜੀ ਹੋਈ ਸੀ ਇਹਦੇ 'ਚ ਆਪਣੇ ਸਪੀਕਰ ਕਿਹੜੇ ਸੀ 2019 ਦੇ ਵਿੱਚ ਆਪਣੇ ਜਿਹੜੇ ਸਪੀਕਰ ਬਣੇ ਨੇ 17ਵੀਂ ਲੋਕ ਸਭਾ ਦੇ, ਇਹ ਆਪਣੇ ਨੇ ਓਮ ਬਿਰਲਾ, ਔਰ ਇਹਨਾਂ ਦੀ ਜਿਹੜੀ ਕੌਂਸਟੀਟੂਐਂਸੀ ਆ ਉਹ ਹੈਗੀ ਆ ਕੋਟਾ ਰਾਜਸਥਾਨ। ਇਹ ਕਿੱਥੋਂ ਚੁਣੇ ਗਏ ਨੇ, ਕੋਟਾ ਰਾਜਸਥਾਨ ਤੋਂ ਨੇ। ਕਲੀਅਰ ਆ। ਤਾਂ ਇੱਥੋਂ ਤੱਕ ਤਾਂ ਤੁਹਾਨੂੰ ਕਲੀਅਰ ਹੋ ਗਿਆ। ਬਾਕੀ ਜਿਹੜੀ ਸੈਲਰੀ ਆ ਉਹ 4 ਲੱਖ ਆ, ਡਿਪਟੀ ਦੀ ਬਾਕੀ ਮੈਂਬਰਾਂ ਦੇ ਵਾਂਗ ਹੁੰਦੀ ਆ, ਸਪੀਕਰ ਦੀ ਸੈਲਰੀ ਆ 4 ਲੱਖ। ਠੀਕ ਆ। ਤੇ ਇਹਦਾ ਸੀਗਾ ਇਹਨਾਂ ਦਾ ਹੋ ਗਿਆ। ਬਾਕੀ ਆਪਾਂ ਕੋਰਮ ਦੀ ਗੱਲ ਕਰ ਲਈ, ਆਰਡੀਨਰੀ ਬੋਰਡ ਦੀ ਗੱਲ ਕਰ ਲਈ, ਐਂਟੀ ਡਿਫੈਕਸ਼ਨ ਲਾਅ ਦੀ ਗੱਲ ਕਰ ਲਈ, ਤੇ ਇਹਨਾਂ ਦੀਆਂ ਡਿਸਕੁਆਲੀਫਿਕੇਸ਼ਨ ਨੇ ਜਿਹੜੀਆਂ ਉਹ 102 ਨੰਬਰ ਆਰਟੀਕਲ ਦੇ ਵਿੱਚ ਨੇ, ਤੇ ਇਹਨਾਂ ਦੇ ਲਿਖ ਹੀ ਲਓ ਚੱਲ ਇੱਥੇ ਤੁਸੀਂ। ਜਿਹੜੀਆਂ ਆਪਾਂ ਡਿਸਕੁਆਲੀਫਿਕੇਸ਼ਨ ਦੀ ਗੱਲ ਕਰੀ ਸੀ ਉੱਪਰ ਨੰਗੀਆਂ ਵਾਲੀਆਂ, ਤਾਂ ਉਹ 102 ਨੰਬਰ ਆਰਟੀਕਲ ਦੇ ਵਿੱਚ ਨੇ। ਇੱਥੋਂ ਤੱਕ ਕਲੀਅਰ ਆ। ਬਾਕੀ ਆਪਾਂ ਗੱਲ ਕਰਦੇ ਹਾਂ ਫਸਟ ਵੂਮਨ ਸਪੀਕਰ। ਆਹ ਪੁਆਇੰਟ ਆ, ਇਹੋ ਜਿਹੇ ਪੁਆਇੰਟ ਬਣ ਜਾਂਦੇ ਹੁੰਦੇ ਜਿਹੜੇ ਮਤਲਬ ਕਿ ਇਕੱਲੇ ਜਿਹੇ ਹੋਣ ਨਾ, ਜਿਵੇਂ ਫਸਟ ਵੂਮਨ ਸਪੀਕਰ। ਤਾਂ ਹੁਣ ਜਿਹੜੀ ਫਸਟ ਵੂਮਨ ਸਪੀਕਰ ਬਣੀ ਆ ਉਹ ਆਪਣੀ ਸੀ ਮੀਰਾ ਕੁਮਾਰੀ। ਫਸਟ ਵੂਮਨ ਸਪੀਕਰ ਮੀਰਾ ਕੁਮਾਰੀ। ਤੇ ਜਿਹੜੀ ਆਪਣੀ ਸੈਕੰਡ ਬਣੀ ਆ ਉਹ ਆਪਣੀ 16ਵੀਂ ਲੋਕ ਸਭਾ ਦੀ ਸੀਗੀ
ਮਹਾਜਨ। ਹੁਣ ਬਿੰਨੀ ਮਹਾਜਨ ਨੂੰ ਵੀ ਕੋਈ ਨਾ ਕੋਈ ਮੰਤਰਾਲਾ ਦਿੱਤਾ ਗਿਆ, ਤੁਸੀਂ ਉਹ ਦੱਸਣਾ ਵੀ ਉਹ ਕਾਹਦੇ ਡਾਇਰੈਕਟਰ ਜਾਂ ਕੁਝ ਬਣੇ ਨੇ ਨਵੇਂ ਬਿੰਨੀ ਮਹਾਜਨ, ਉਹਨਾਂ ਨੂੰ ਵੀ ਅਪੁਆਇੰਟ ਕੀਤਾ ਗਿਆ ਕੇਂਦਰ ਸਰਕਾਰ ਦੁਆਰਾ। ਉਹ ਤੁਸੀਂ ਕਮੈਂਟ ਕਰਕੇ ਦੱਸੋਗੇ ਫਾਈਂਡ ਕਰਕੇ, ਤਾਂ ਥੋੜ੍ਹਾ ਜਿਹਾ ਦੇਖਿਆ ਕਰੋ। ਤਾਂ ਉਦੋਂ ਆਪਣੇ ਜਿਹੜੇ ਡਿਪਟੀ ਸਪੀਕਰ ਸੀ, ਇਹਨਾਂ ਦੇ ਵਾਰੀ ਡਿਪਟੀ ਸਪੀਕਰ ਹੈਗੇ ਸੀਗੇ, ਉਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਐਮ ਥੰਬੀ ਦੁਰਾਈ, ਉਹਨਾਂ ਦੇ ਬਾਰੇ ਆਪਾਂ ਗੱਲ ਕਰ ਲਈ। ਓਨਲੀ ਸਪੀਕਰ ਆਫਟਰ ਪ੍ਰੈਜ਼ੀਡੈਂਟ, ਮਤਲਬ ਕਿਹੜਾ ਗਾ ਓਨਲੀ ਸਪੀਕਰ ਆਫਟਰ ਪ੍ਰੈਜ਼ੀਡੈਂਟ, ਉਹ ਕਿਹੜੇ ਨੇ ਆਪਣੇ ਨੀਲਮ ਸੰਜੀਵ ਰੈਡੀ। ਨੀਲਮ ਸੰਜੀਵ ਰੈਡੀ ਜਿਹੜੇ ਪ੍ਰੈਜ਼ੀਡੈਂਟ ਦੇ ਨਾਲ ਨਾਲ ਆਪਣੇ ਸਪੀਕਰ ਵੀ ਨੇ, ਠੀਕ ਆ। ਤਾਂ ਇੱਥੋਂ ਤੱਕ ਕਲੀਅਰ ਆ। ਬਾਕੀ ਜਿਹੜੀ ਇਹਨਾਂ ਦੀ ਬੋਰਡ ਦੀ ਜ਼ਮਾਨਤ ਰਾਸ਼ੀ ਹੁੰਦੀ ਆ, ਅੱਜ ਇਹਦੇ ਬਾਰੇ ਵੀ ਆਪਾਂ ਹੁਣ ਥੋੜ੍ਹਾ ਜਿਹਾ ਗੱਲ ਕਰ ਲੈਂਦੇ ਹਾਂ, ਬਸ 5 ਮਿੰਟ 'ਚ ਆਪਾਂ ਕਲਾਸ ਓਵਰ ਕਰ ਦਾਂਗੇ। ਜਿਹੜੀ ਬੋਰਡ ਦੀ ਜ਼ਮਾਨਤ ਰਾਸ਼ੀ ਹੁੰਦੀ ਆ ਇਹਦੇ 'ਚ, ਠੀਕ ਆ, ਜਿਹੜੀ ਆਪਣੇ ਕੋਲ ਜ਼ਮਾਨਤ ਰਾਸ਼ੀ ਆ, ਤੇ ਜੇ ਜਨਰਲ ਆ ਤਾਂ ਇਹ ਸੀਗੀ 10,000, SC ST ਇਹ ਸੀ 5,000। ਤਾਂ 2011 ਤੋਂ ਪਹਿਲਾਂ ਦੀ ਗੱਲ ਆ, 2011 ਤੋਂ ਪਹਿਲਾਂ 10,000 ਸੀ ਔਰ ਆ 5,000 ਸੀ, ਪਰ ਇਹ ਤੋਂ ਬਾਅਦ ਦੇ ਵਿੱਚ ਇਹ ਵਧਾ ਤੀਆਂ। ਤੇ ਜਿਹੜੀ ਜਨਰਲ ਵਾਲੀ ਆ ਇਹ ਵਧਾ ਕੇ 25,000, ਤੇ ਜਿਹੜੀ SC ਸੀ ਉਹਨਾਂ ਦੀ ਕਰਤੀ 12,000, ਠੀਕ ਆ। ਤੇ ਜੇ ਸਟੇਟ ਦੇ ਲਈ ਖੜਨਾ ਕਿਸੇ ਨੇ, ਇਹ ਆਪਣਾ ਉੱਪਰ ਕੇਂਦਰ ਵਾਲੀਆਂ ਲਈ ਆ। ਜੇ ਹੁਣ ਵਿੱਚ ਜਾਣਾ ਤਾਂ ਉਹਦੇ ਲਈ 10,000 ਤੇ 5,000 ਸਟੇਟ ਲਈ ਆ। ਤੇ ਐਂਟੀ ਡਿਫੈਕਸ਼ਨ ਲਾਅ ਆਪਾਂ ਗੱਲ ਕਰ ਹੀ ਲਈ ਹੈ ਨਾ ਪਹਿਲਾਂ, ਵੀ ਇਹ ਆਪਣਾ ਕਦੋਂ ਐਡ ਕਰਿਆ ਗਿਆ ਸੀ। ਐਂਟੀ ਡਿਫੈਕਸ਼ਨ ਲਾਅ ਦੇ ਬਾਰੇ ਆਪਾਂ ਇੱਥੇ ਲਿਖਿਆ ਸੀ, ਹਾਂ ਸੀ ਐਂਟੀ ਡਿਫੈਕਸ਼ਨ ਲਾਅ, ਇੱਥੇ ਲਿਖ ਲਓ। ਚਲੋ, ਐਂਟੀ ਡਿਫੈਕਸ਼ਨ ਲਾਅ ਆ ਜਿਹੜਾ, ਇਹ ਆਪਣਾ ਐਡ ਕਰਿਆ ਗਿਆ ਸੀਗਾ 5ਵੀਂ CAA 1985। ਤਾਂ ਇਹ ਰਾਜੀਵ ਗਾਂਧੀ ਗਵਰਨਮੈਂਟ ਨੇ ਕਰਿਆ ਸੀਗਾ, ਉਦੋਂ ਸ਼ਡਿਊਲ 10 ਦੇ ਵਿੱਚ ਸ਼ਾਮਲ ਕਰ ਲਿਆ ਸੀ। ਵੀ ਮਤਲਬ ਕਿ ਜਦੋਂ ਇੱਧਰ ਉੱਧਰ ਬੰਦੇ ਜਾਂਦੇ ਨੇ ਛੱਡ ਕੇ, ਤਾਂ ਫਿਰ ਉਹਨਾਂ ਨੂੰ ਰੋਕਣ ਦੇ ਲਈ ਤਾਂ ਇਹ ਕਰਿਆ ਗਿਆ ਸੀ। ਤਾਂ ਹੁਣ ਲੋਕ ਸਭਾ ਦੇ ਬਾਰੇ ਤਕਰੀਬਨ ਸਾਰੇ ਪੁਆਇੰਟ ਆਪਾਂ ਕਰ ਲਏ। ਬਾਕੀ ਜਿਹੜੀਆਂ ਇਹਦੀ ਪ੍ਰੋਸੀਡਿੰਗ ਦੇ ਵਿੱਚ ਹੁੰਦਾ, ਜਿਵੇਂ ਕੁਐਸਚਨ ਆਰ ਹੁੰਦਾ, ਕਦੋਂ ਕੁਐਸਚਨ ਪੁੱਛੇ ਜਾਂਦੇ ਆ, ਕਿਹੜੇ ਕਿਹੜੇ ਪ੍ਰੋਸੀਜਰ ਨਾਲ ਮਤਲਬ ਕਿ ਵੋਟ ਹੁੰਦੀ ਆ, ਤਾਂ ਉਹ ਆਪਾਂ ਕਰਾਂਗੇ। ਹੁਣ ਇਹ ਤੋਂ ਬਾਅਦ ਇੱਕ ਰਾਜ ਸਭਾ 'ਤੇ ਆਪਾਂ ਲਾਉਣਾ ਲੈਕਚਰ ਲਾਵਾਂਗੇ, ਤਾਂ ਇੱਕ ਲੈਕਚਰ ਦੇ ਵਿੱਚ ਹੀ ਰਾਜ ਸਭਾ ਕਲੀਅਰ ਕਰਵਾ ਦੇਣੀ ਹੈ। ਇਹ ਤੋਂ ਬਾਅਦ ਜਿਹੜੇ ਆਰਟੀਕਲ ਬਚਣਗੇ ਜਾਂ ਜਿੰਨੇ ਪੁਆਇੰਟ ਇਹਦੇ ਹੋਣਗੇ, ਉਹ ਆਪਾਂ ਸਾਰੇ ਉਹਦੇ 'ਚ ਕਵਰ ਕਰ ਲੈਣੇ ਆ। ਉਮੀਦ ਕਰਦੇ ਹਾਂ ਵੀ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਊਗਾ ਔਰ ਕੁਝ ਨਵਾਂ ਸਿੱਖਿਆ ਹੋਊਗਾ ਤੁਸੀਂ। ਦੇਖੋ, ਅਸੀਂ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਸਭ ਤੋਂ ਬੈਸਟ ਹਾਂ, ਪਰ ਫਿਰ ਵੀ ਤੁਹਾਡੇ ਲਈ ਜਿਹੜਾ ਕੰਟੈਂਟ ਆ ਉਹ ਇੱਕ ਸੋਰਸ ਤੋਂ ਨਹੀਂ, ਬਹੁਤ ਜ਼ਿਆਦਾ ਜਗ੍ਹਾ ਤੋਂ ਨਿਚੋੜ ਕੱਢ ਕੇ ਤੁਹਾਡੇ ਲਈ ਕੰਟੈਂਟ ਆ ਜਿਹੜਾ ਉਹ ਪ੍ਰੋਵਾਈਡ ਕਰਵਾਇਆ ਜਾਂਦਾ, ਵੀ ਤੁਹਾਨੂੰ ਕਿਤੋਂ ਹੋਰ ਪੜ੍ਹਨ ਦੀ ਜਿਹੜੀ ਦੁਬਾਰੇ ਆ ਉਹ ਜ਼ਰੂਰਤ ਨਾ ਪਵੇ। ਤੁਹਾਨੂੰ ਇੱਕ ਵੀਡੀਓ ਦੇ ਵਿੱਚ ਸਾਰਾ ਜਿਹੜਾ ਕੰਟੈਂਟ ਆ, ਸਾਰੀਆਂ ਚੀਜ਼ਾਂ ਦਾ ਨਿਚੋੜ ਆ ਜਿਹੜਾ, ਉਹ ਇੱਕ ਵੀਡੀਓ ਦੇ ਵਿੱਚ ਇਕੱਠਾ ਕਰਕੇ ਦਿੱਤਾ ਜਾਵੇ। ਤਾਂ ਤੁਸੀਂ ਜਲਦੀ ਤੋਂ ਜਲਦੀ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਉਹ ਤੁਸੀਂ 1000 ਕਰਵਾਓ, ਅਤੇ ਸਾਨੂੰ ਲਾਈਵ ਦੀ ਆਪਸ਼ਨ ਆ ਜਿਹੜੀ ਉਹ ਮਿਲ ਸਕੇ, ਔਰ ਤੁਹਾਡੇ ਨਾਲ ਅਸੀਂ ਡਾਇਰੈਕਟ ਐਵੇਂ ਜਿਹੜਾ ਤੁਹਾਡਾ ਕੁਐਸਚਨ ਆ ਉਹਨੂੰ ਆਪਾਂ ਲਾਈਵ ਦੇ ਤੌਰ 'ਤੇ ਤੁਹਾਡੇ ਨਾਲ ਡਿਸਕਸ ਕਰੀਏ, ਔਰ ਤੁਹਾਡੇ ਜਿਹੜੇ ਡਾਊਟ ਨੇ ਉਹ ਕਲੀਅਰ ਕਰੀਏ। ਤਾਂ ਤੁਸੀਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਿਆ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਦੇ ਵਿੱਚ ਕੀ ਕਮੀ ਲੱਗਦੀ ਆ, ਕੀ ਤੁਹਾਨੂੰ ਸਮਝ ਨਹੀਂ ਲੱਗਿਆ, ਔਰ ਕੋਈ ਡਾਊਟ ਹੁੰਦਾ ਦੈਨ ਤੁਸੀਂ ਉਹ ਵੀ ਸਾਨੂੰ ਪੁੱਛਿਆ ਕਰੋ, ਔਰ ਅਸੀਂ ਤੁਹਾਡਾ ਡਾਊਟ ਕਲੀਅਰ ਕਰਾਂਗੇ। ਸਾਨੂੰ ਵੀ ਖੁਸ਼ੀ ਹੁੰਦੀ ਆ ਵੀ ਕੋਈ ਬੱਚਾ ਵੀਡੀਓ ਨੂੰ ਧਿਆਨ ਨਾਲ ਸੁਣ ਰਿਹਾ। ਗੱਲ ਇਹ ਨਹੀਂ ਹੁੰਦੀ ਵੀ ਸਾਨੂੰ ਕੋਈ ਤੁਹਾਡੇ ਕਮੈਂਟ ਤੱਕ ਵੀ ਸਹੀ ਸਾਨੂੰ ਜ਼ਿਆਦਾ ਚਾਹੀਦੇ ਆ, ਪਰ ਸਾਨੂੰ ਇਹ ਹੁੰਦਾ ਵੀ ਕਿਸੇ ਦਾ ਨੁਕਸਾਨ ਨਾ ਹੋਵੇ, ਕੋਈ ਕਮੀ ਰਹਿ ਜਾਂਦੀ ਆ। ਜਿਵੇਂ ਕਿ ਹੁਣ ਆਪਣੇ ਵੱਲੋਂ ਅਸੀਂ ਜਦੋਂ ਵੀਡੀਓ ਤਿਆਰ ਕੀਤੀ ਸੀਗੀ ਪਬਲਿਕ ਇੰਟਰਸਟ ਲਿਟੀਗੇਸ਼ਨ PIL ਵਾਲੀ, ਉਹ ਪਹਿਲੀ ਵਾਰ ਅਪਲੋਡ ਕੀਤੀ ਗਈ, ਉਹਦੇ 'ਚ ਸਿਰਫ 2 ਮਿੰਟ ਦੀ ਆਵਾਜ਼ ਆਈ, ਕੋਈ ਟੈਕਨੀਕਲ ਇਸ਼ੂ ਹੋ ਗਿਆ, ਅਤੇ ਉਹ ਇਦੋਂ ਬਾਅਦ ਦੀ ਉਹਦੀ ਜਿਹੜੇ 'ਚ ਆਵਾਜ਼ ਆ ਉਹ ਨਹੀਂ ਆਈ। ਅਤੇ ਹੁਣ ਅਸੀਂ ਤਾਂ ਆਪਦੇ ਵੱਲੋਂ ਜਦੋਂ ਪ੍ਰੋਪਰ ਉਹ ਅਪਲੋਡ ਕੀਤੀ ਸੀ ਉਹਦੇ 'ਚ ਪ੍ਰੋਪਰ ਆਵਾਜ਼ ਆ ਰਹੀ ਸੀ, ਪਰ ਇਸ ਤੋਂ ਬਾਅਦ ਫਿਰ ਉਹ ਕਿਸੇ ਬੱਚੇ ਨੇ ਕਮੈਂਟ ਕਰਕੇ ਦੱਸਿਆ ਵੀ ਸਰ ਉਹਦੇ 'ਚ ਅੱਗੇ ਆਵਾਜ਼ ਹੀ ਨਹੀਂ ਆ ਰਹੀ। ਦੈਨ ਫਿਰ ਸਾਨੂੰ ਉਹ ਪਤਾ ਚੱਲਿਆ, ਤਾਂ ਅਸੀਂ ਉਹਨੂੰ ਦੁਬਾਰਾ ਤੋਂ ਅਪਲੋਡ ਕੀਤਾ। ਤਾਂ ਕਰਕੇ ਕਹਿੰਦੇ ਆ ਵੀ ਤੁਸੀਂ ਕਮੈਂਟ ਕਰਿਆ ਕਰੋ, ਸਾਨੂੰ ਪਤਾ ਲੱਗ ਜਾਂਦਾ ਵੀ ਹਾਂ ਤੁਹਾਡੀ ਕਿਹੋ ਜਿਹੀ ਡਿਮਾਂਡ ਆ, ਤੁਹਾਨੂੰ ਸਮਝ ਆ ਵੀ ਰਿਹਾ, ਨਹੀਂ ਆ ਰਿਹਾ, ਜਾਂ ਕੋਈ ਹੋਰ ਆਪਾਂ ਨੂੰ ਇੰਪਰੂਵਮੈਂਟ ਦੀ ਲੋੜ ਆ। ਦੈਨ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਕਰਿਆ ਕਰੋ, ਔਰ ਆਪਣੇ ਦੋਸਤਾਂ ਮਿੱਤਰਾਂ ਤੋਂ ਜ਼ਿਆਦਾ ਸਬਸਕ੍ਰਾਈਬ ਕਰਾਓ। ਔਰ ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ।